ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਵੈਸੇ ਤਾਂ ਸਿਆਸਤ ਘਰ ਘਰ ਦੀ ਖੇਡ ਆ। ਹੁਣ ਘਰ ਘਰ 'ਚ ਸਿਆਸਤ ਹੁੰਦੀ ਆ, ਪਰ ਜਦੋਂ ਸਿਆਣੇ ਬੱਚਿਆਂ ਵਰਗੀ ਸਿਆਸਤ ਕਰਨ ਨਾ, ਉਦੋਂ ਹਾਸਾ ਵੀ ਆਉਂਦਾ ਹੈ। ਤਾਂ ਜੇ ਉਹ ਸਟੇਟ ਦੇ ਭਲੇ ਦੀ ਗੱਲ ਕਰਨ ਤੇ ਫਿਰ ਰੋਣਾ ਵੀ ਆਉਂਦਾ ਹੈ। ਆਮ ਆਦਮੀ ਪਾਰਟੀ 'ਚ ਅੱਜ ਕੱਲ੍ਹ ਇਦਾਂ ਦਾ ਕੁਝ ਚੱਲਦਾ ਹੈ। ਇੱਕੋ ਹੀ ਬੰਦਾ ਇਹਨਾਂ ਕੋਲ ਬਚਿਆ ਸੀਗਾ ਖਹਿਰੇ ਦੇ ਜਾਣ ਤੋਂ ਬਾਅਦ, ਕੰਵਰ ਸੰਧੂ। ਤੇ ਕੰਵਰ ਸੰਧੂ ਦੀ ਜਿਹੜੀ ਸੀਟ ਸੀ ਖਰੜ ਵਾਲੀ, ਉੱਥੋਂ ਵੀ ਇਹਨਾਂ ਨੇ ਇੰਚਾਰਜ ਲਾ ਕੇ ਗੱਲਬਾਤ ਦੇ ਰਾਹ ਬੰਦ ਕਰ ਲਏ। ਕੋਈ ਵੀ ਸਿਆਸੀ ਧਿਰ ਜਿਹੜੀ ਸਿਆਣੀ ਆ, ਮਾੜੇ ਮੋਟੇ ਮਤਭੇਦ ਜਾਂ ਜਿਹੜਾ ਬੰਦਾ ਹਾਸ਼ੀਏ ਤੇ ਤੁਰਿਆ ਫਿਰਦਾ ਹੋਵੇ, ਉਹਨੂੰ ਨਾਲ ਲਾਉਣ 'ਚ ਕਦੇ ਝਿਜਕ ਮਹਿਸੂਸ ਨਹੀਂ ਕਰਦੀ ਕਿ ਵੱਡੀ ਲੜਾਈ ਦੇ ਵਿੱਚ ਛੋਟੀਆਂ ਗੱਲਾਂ ਪਾਸੇ ਰੱਖ ਦਿੰਦੇ ਆ। ਮੈਨੂੰ ਇੰਜ ਲੱਗਿਆ 300 ਯੂਨਿਟ ਬਿਜਲੀ ਇੱਕ ਹੋਰ ਸਟੇਟ 'ਚ ਮਾਫ ਕਰਨ ਦਾ ਵਾਅਦਾ ਤੇ ਦਾਅਵਾ ਕਰਕੇ ਕੇਜਰੀਵਾਲ ਨੇ ਵੀ ਨਿਆਣਿਆਂ ਵਾਲੀ ਗੇਮ ਖੇਡੀ ਆ। ਹਰ ਥਾਂ ਇੱਕੋ ਹੀ ਫਾਰਮੂਲਾ ਫਿੱਟ ਕਰੀ ਜਾਣ ਦਾ ਵੀ ਮਤਲਬ ਹੁੰਦਾ ਹੈ ਕਿ ਤੁਹਾਡੇ ਕੋਲ ਮੁੱਦਿਆਂ ਦੀ ਕਮੀ ਆ, ਤਾਂ ਸਥਾਨਕ ਮਸਲੇ, ਖਾਸ ਤੌਰ ਤੇ ਕਿਸੇ ਹੋਰ ਕਲਚਰ ਦੇ ਵਿੱਚ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਐਡਰੈਸ ਕਰਨ ਦੀ ਅਣਹੋਂਦ ਆ। ਦੂਜੇ ਬੰਨੇ ਜਦੋਂ ਅਸੀਂ ਇਸੇ ਹੀ ਮਸਲੇ ਨੂੰ ਅੱਗੇ ਲੈ ਕੇ ਤੁਰਦੇ ਹਾਂ, ਤਾਂ ਜਿਵੇਂ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਇੱਕ ਮਾਸਟਰ ਕਾਰਡ ਬਸਪਾ ਦੇ ਨਾਲ ਸਮਝੌਤੇ ਦਾ ਚਲਾਇਆ ਸੀਗਾ, ਉਹ ਪੁੱਠਾ ਪੈਂਦਾ ਨਜ਼ਰ ਆਉਂਦਾ। ਇਹ ਸਿਆਸਤ ਬਹੁਤੀ ਟੇਢੀ ਖੀਰ ਹੋ ਗਈ। ਅਗਲੇ ਨੇ ਤਾਂ ਸਭ ਤੋਂ ਵੱਡਾ ਫੈਸਲਾ ਲਿਆ, ਭਾਜਪਾ ਨੂੰ ਵੀ ਹੈਰਾਨੀ ਚ ਪਾਇਆ ਕਿ ਲਓ ਤੁਹਾਡਾ ਦਲਤ ਪੱਤਾ ਚੱਕ ਲਿਆ, ਤੇ ਸਾਰੀ ਸਿਆਸਤ ਕੇ ਮੈਂ ਪਹਿਲਾਂ ਸਟੈਪ ਲੈ ਕੇ ਸਭ ਤੋਂ ਪਹਿਲਾਂ ਗੇਮ ਖੇਡਤੀ, ਅੱਜ ਪੁੱਠੀ ਪੈਂਦੀ ਨਜ਼ਰ ਆਉਂਦੀ ਆ। ਬਸਪਾ ਦੇ ਵਿੱਚ ਇੱਕ ਵੱਡਾ ਨਾਂ ਸੀ ਕਰੀਮਪੁਰੀ ਕੁਝ ਕਹਿ ਰਹੇ ਨੇ, ਉਹਨਾਂ ਨੂੰ ਸੁਣਨਾ ਬਣਦਾ ਹੈ। ਕਰੀਮਪੁਰੀ ਦਾ ਮਤਲਬ ਹੈ ਪਹਿਲਾਂ ਇੱਕ ਬਸਪਾ ਪ੍ਰਧਾਨ ਕੱਢਿਆ ਸੀ, ਕਿ ਹੁਣ ਦੂਜਾ ਵੀ ਕੱਢਿਆ ਜਾਊਗਾ। ਤੀਜੇ ਬੰਨੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਵਿੱਚ 117 ਲੜਨਾ ਚਾਹੁੰਦੀ, ਰਾਜਪੁਰੇ 'ਚ ਜੋ ਹੋਇਆ ਉਹਨੂੰ ਦੇਖ ਕੇ ਥੋੜਾ ਤਕਲੀਫ ਜ਼ਰੂਰ ਹੋਈ। ਦੋ ਧਿਰੀ ਗੱਲ ਆ, ਕਿਸਾਨਾਂ ਦੀ ਤਕਲੀਫ ਸੁਣੇ ਬਿਨਾ ਕੋਈ ਟਿੱਪਣੀ ਕਰਨਾ ਜਾਇਜ਼ ਨਹੀਂ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਆਪਸੀ ਵਿਰੋਧ ਦੇ, ਉਹ ਪੰਜਾਬ ਦਾ ਕਲਚਰ ਨਹੀਂ। ਦੋਵਾਂ ਧਿਰਾਂ ਨੂੰ ਕਿਧਰੇ ਸੋਚਣਾ ਬਣਦਾ ਹੈ, ਖਾਸ ਤੌਰ ਤੇ ਵੱਡੀ ਧਿਰ ਭਾਜਪਾ, ਨਰਿੰਦਰ ਮੋਦੀ ਪੰਜਾਬ ਦੀ ਟੀਮ ਨਾਲ ਬੈਠ ਕੇ ਫੈਸਲਾ ਕਰਨ ਕਿ ਤੁਰਨਾ ਕਿਵੇਂ ਹੈ। ਕੀ ਸੱਚਮੁੱਚ ਸਰਗਰਮੀ ਰੱਖਣੀ ਜ਼ਰੂਰੀ ਹੈ ਜਦੋਂ ਪਤਾ ਟਕਰਾਅ ਹੋਣਾ, ਤੇ ਜਾਂ ਸਰਗਰਮੀ ਰੱਖਣ ਤੋਂ ਪਹਿਲਾਂ ਫੈਸਲਾ ਕਰ ਲਓ ਕਿ ਕਿੱਦਾਂ ਤੁਰਨਾ। ਇਸ ਤੋਂ ਇਲਾਵਾ ਮੇਰੇ ਕੋਲ 2-3 ਮੁੱਦੇ ਮੈਂ ਕਾਹਲੀ ਚ ਕਰਦਿਆਂ ਕਿ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ, ਜਿਵੇਂ ਕੱਲ ਸਰਬਜੀਤ ਕੌਰ ਮਾਣੂਕੇ ਦਾ ਹੋਇਆ। ਦੂਜੀ ਗੱਲ, ਜਿਵੇਂ ਚਡੋਣੀ ਕਹਿੰਦੇ ਮੇਰਾ ਇਲੈਕਸ਼ਨ ਲੜਨ ਦਾ ਕੋਈ ਇਰਾਦਾ ਨਹੀਂ, ਪਰ ਹਰ ਹਲਕੇ 'ਚ ਉਹਨਾਂ ਨੇ ਕੈਂਡੀਡੇਟ ਪਾੜ ਲਿਆ ਜਾਂ ਪਾਲਿਆ ਜਾਊਗਾ, ਕਿਉਂਕਿ ਲੋਕਾਂ ਦੇ ਅੰਦਰੋਂ ਚਿਣਗ ਲਾਤੀ ਆ। ਉਹ ਜਥਾ ਲੈ ਕੇ ਵੀ ਜਾ ਰਹੇ ਆ, ਸਿਆਸੀ ਗੱਲਾਂ ਵੀ ਕਰ ਰਹੇ ਆ, ਬਦਲਾਅ ਦੀ ਗੱਲ ਵੀ ਕਰ ਰਹੇ ਆ, ਰਾਜੇਵਾਲ ਨੂੰ ਵੱਡਾ ਭਰਾ ਵੀ ਦੱਸਦੇ ਆ, ਪਰ ਆਪਣੀ ਤੁਰੇ ਵੀ ਜਾ ਰਹੇ ਆ। ਗੱਲਾਂ ਕੁਛ ਹੋਰ ਵੀ ਨੇ। ਮੈਂ ਲੰਬੀ ਭੂਮਿਕਾ ਨਾ ਕਰਾਂ, ਮੈਨੂੰ ਸਿੱਧਾ ਦੱਸਿਓ, ਕੰਵਰ ਸੰਧੂ ਐਵੇਂ ਬਹੁਤਾ ਪਾਸੇ ਨਹੀਂ ਹੈ, ਨੇੜੇ ਹੀ ਹੈ। ਮਨਾਇਆ ਜਾ ਸਕਦਾ ਸੀ। ਭਗਵੰਤ ਮਾਨ ਉਹਨਾਂ ਲੋਕਾਂ 'ਚ ਨੇ ਜਿਨ੍ਹਾਂ ਨੇ ਇਹ ਅਨਾਉਂਸਮੈਂਟਸ ਕੀਤੀਆਂ ਨਵੇਂ ਹਲਕਾ ਇੰਚਾਰਜ ਲਾਉਣ ਦੀਆਂ। ਮੈਨੂੰ ਦੱਸਿਓ ਜ਼ਰਾ ਕਿ ਕੋਈ ਵੀ ਸਿਆਣੀ ਪਾਰਟੀ ਜਾਂ ਸਿਆਣੇ ਆਗੂ ਐਡੇ ਸੌਖੇ ਹੀ ਬੰਦਿਆਂ ਨੂੰ ਸੁੱਟੀ ਜਾਂਦੇ ਬਾਹਰ ਨੂੰ, ਜਾਓ। ਰੰਧਾਵਾ ਜੀ, ਤੁਸੀਂ ਇੱਕ ਬੜੇ ਅਹਿਮ ਤੇ ਬੜੇ ਇੰਪੋਰਟੈਂਟ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮੂਲ ਉਹਨਾਂ ਦੀ ਮੁਸ਼ਕਲਾਂ ਜਾਂ ਕਿਉਂ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ, ਕਿਉਂ ਨਹੀਂ ਉਹ ਬੰਦਿਆਂ ਨੂੰ ਜੋੜ ਕੇ ਰੱਖ ਸਕਦੇ, ਇਹ ਅੱਜ ਦੀ ਪ੍ਰੋਬਲਮ ਨਹੀਂ ਆ। ਤੁਸੀਂ ਦਿੱਲੀ ਦਾ ਮਾਡਲ ਵੀ ਦੇਖ ਲਓ, ਜਿਹੜੀ ਦਿੱਲੀ ਦੀ ਮਾਡਲ ਇੱਥੇ ਆ ਕੇ ਪੰਜਾਬ 'ਚ ਵੇਚਿਆ ਜਾਂਦਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ। ਉਹ ਗੱਲਾਂ ਤਾਂ ਕਰਦੇ ਆ ਕਿ ਅਸੀਂ ਬਿਜਲੀ ਦੇ ਦਾਂਗੇ 24 ਘੰਟੇ ਜਾਂ ਅਸੀਂ ਪਾਣੀ ਦੇ ਦਾਂਗੇ, ਪਰ ਕਦੇ ਜਿਹੜੀ ਸਿਆਸਤ ਉਹਨਾਂ ਨੇ ਦਿੱਲੀ 'ਚ ਕੀਤੀ ਹੈ, ਕੀ ਉਹੀ ਮਾਡਲ ਇੱਥੇ ਵਰਤਣਾ ਚਾਹੁੰਦੇ ਆ? ਕੋਈ ਬੰਦਾ ਉਹਨਾਂ ਦੀ ਓਰੀਜਨਲ ਪਾਰਟੀ 'ਚ ਦੇਖ ਲਓ, ਜਿਹੜੇ ਉਹਨਾਂ ਨਾਲ ਸ਼ੁਰੂ 'ਚ ਜੁੜੇ ਸੀ, ਅੱਜ ਉਹਨਾਂ ਦੇ ਨਾਲ ਨਹੀਂ ਉੱਥੇ ਖੜਾ, ਉਹਨਾਂ ਨੂੰ ਛੱਡਦੇ ਗਏ ਤੇ ਅੱਗੇ ਵਧਦੇ ਗਏ। ਚਲੋ, ਇਹ ਤਾਂ ਇੱਕ ਗੱਲ ਰਹਿ ਗਈ। ਕੰਵਰ ਸੰਧੂ, ਰੰਧਾਵਾ ਜੀ, ਕੰਵਰ ਸੰਧੂ ਉਹ ਨਾਮ ਆ ਜਿਨ੍ਹਾਂ ਦਾ ਪੱਤਰਕਾਰਿਤਾ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਨਾਮ, ਇੰਡੀਅਨ ਐਕਸਪ੍ਰੈਸ ਹੋਵੇ, ਇੰਡੀਆ ਟੂਡੇ ਹੋਵੇ, ਹਿੰਦੁਸਤਾਨ ਟਾਈਮਸ ਹੋਵੇ। ਵੈਸੇ ਮੈਂ ਦੱਸ ਦਿੰਦਾ ਆਪਣੇ ਦਰਸ਼ਕਾਂ ਨੂੰ, ਮੇਰੇ ਐਡੀਟਰ ਵੀ ਰਹੇ ਨੇ ਜੀ ਉਹ ਹਿੰਦੁਸਤਾਨ ਟਾਈਮਸ ਦੇ ਵਿੱਚ, ਇੰਡੀਅਨ ਐਕਸਪ੍ਰੈਸ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਬੜਾ ਵੱਡਾ ਨਾਂ। ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮਿੰਨਤਾਂ ਕਰਕੇ ਲੈ ਕੇ ਆਂਦਾ ਸੀ ਵੀ ਆਓ ਸਾਡੇ ਨਾਲ ਜੁੜੋ, ਤੁਹਾਡੇ ਵਰਗੀ ਸ਼ਖਸੀਅਤ ਸਾਨੂੰ ਜ਼ਰੂਰਤ ਆ ਜਿਹੜੀ ਸਾਨੂੰ ਸੇਧ ਦੇਵੇ। ਤੁਸੀਂ ਇੰਨੀ ਦੇਰ ਤੱਕ ਪੱਤਰਕਾਰਿਤਾ ਕੀਤੀ, ਲੋਕਾਂ ਨੂੰ ਸੇਧ ਦਿੱਤੀ, ਸਰਕਾਰਾਂ ਨੂੰ ਸੇਧ ਦਿੱਤੀ, ਜਿੱਥੇ ਸਰਕਾਰਾਂ ਕੰਮ ਨਹੀਂ ਸੀ ਕਰਦੀਆਂ ਉਹਨਾਂ ਨੂੰ ਤੁਸੀਂ ਪੂਰਾ ਉਹਨਾਂ ਦੀ ਆਲੋਚਨਾ ਕੀਤੀ, ਅੱਜ ਸਾਨੂੰ ਸੇਧ ਦਿਓ।
ਰੰਧਾਵਾ ਜੀ, ਮੈਂ ਤੁਹਾਨੂੰ ਇਹ ਵੀ ਯਾਦ ਕਰਾਦਾ ਕਿ ਜਦੋਂ ਇਹ ਚੋਣਾਂ ਹੋਣ ਲੱਗੀਆਂ ਸੀ 2017 ਦੀਆਂ, ਸੰਨ 2017 ਦੀਆਂ, ਉਸ ਤੋਂ ਪਹਿਲਾਂ ਇੱਕ ਜਦੋਂ ਮੈਨੀਫੈਸਟੋ ਬਣਾਉਣਾ ਸੀ ਤੇ ਕੰਵਰ ਸੰਧੂ ਨੇ ਹਰ ਜ਼ਿਲ੍ਹੇ 'ਚ ਜਾ ਕੇ ਮੀਟਿੰਗਾਂ ਕਰਕੇ, ਬੈਠਕਾਂ ਕਰਕੇ, 3-3 ਦਿਨ ਦੀਆਂ ਲੋਕਾਂ ਨਾਲ ਮੁਲਾਕਾਤਾਂ ਕਰਕੇ ਉਸ ਤੋਂ ਬਾਅਦ ਇੱਕ ਮੈਨੀਫੈਸਟੋ ਤਿਆਰ ਕੀਤਾ ਸੀ ਕਿ ਇਹ ਲੋਕ ਚਾਹੁੰਦੇ ਨੇ। ਇੰਨੀ ਕਵਾਇਦ ਹੋਈ ਸੀ ਉਸ ਪਿੱਛੇ, ਖੈਰ ਸਰਕਾਰ ਬਣੀ ਨਹੀਂ। ਅੱਜ ਇਹਨਾਂ ਵਿਅਕਤੀ ਨੂੰ ਤੁਸੀਂ ਗੱਲ ਕੀਤੀ ਹੈ, ਕਿਉਂ ਨਹੀਂ ਸੀ ਮਨਾਇਆ ਜਾ ਸਕਦਾ? ਤੁਸੀਂ ਦੱਸੋ, ਇਸ ਟਾਈਮ ਕੋਈ ਬੁੱਧੀਜੀਵੀ, ਕੋਈ ਇੰਟੈਲੈਕਚੁਅਲ ਇਹਨਾਂ ਕੋਲੇ ਕੋਈ ਜੁੜਿਆ ਉਸ ਹਿਸਾਬ ਦਾ ਜਿਹੜਾ ਇਹਨਾਂ ਨੂੰ ਸੇਧ ਦੇ ਸਕੇ? ਤੇ ਜੇ ਕੋਈ ਜੁੜਿਆ ਸੀ, ਉਹਨੂੰ ਨਾਲ ਇਕੱਠੇ ਰੱਖ ਨਹੀਂ ਸਕੇ। ਕੰਵਰ ਸੰਧੂ ਸਸਪੈਂਡਡ ਚੱਲ ਰਹੇ ਨੇ, ਐਮਐਲਏ ਨੇ, ਖਰੜ ਤੋਂ ਐਮਐਲਏ ਨੇ, ਉਹਨਾਂ ਨੂੰ ਮਨਾਉਣਾ ਕਿਤੇ ਕਿੱਡਾ ਕੁ ਔਖਾ। ਲੇਕਿਨ ਨਹੀਂ, ਹੰਕਾਰ ਇੰਨਾ, ਹਉਮੈ ਇੰਨਾ, ਈਗੋ ਇੰਨੀ ਆ ਕਿ ਨਹੀਂ, ਇਹ ਤਾਂ ਇੱਕ ਐਮਐਲਏ ਆ, ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦਾ ਕੱਦ ਨਾ ਛੋਟਾ ਹੋ ਜੇ। ਤੁਸੀਂ ਇਹ ਚੀਜ਼ ਦੇਖੋ, ਤੁਸੀਂ ਜੇ ਮਨਾ ਲਓਗੇ। ਔਰ ਰੰਧਾਵਾ ਜੀ, ਇਹ ਅੱਜ ਦੀ ਗੱਲ ਨਹੀਂ ਆ। 4 MP ਇਹਨਾਂ ਕੋਲੇ ਜਿੱਤੇ ਸੀ ਆਮ ਆਦਮੀ ਪਾਰਟੀ, ਜਦੋਂ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਲੋਕਾਂ ਨੂੰ ਬੜੀ ਹੈਰਾਨੀ ਹੋਈ ਸੀ ਔਰ ਲੋਕਾਂ ਨੂੰ ਖੁਸ਼ੀ ਵੀ ਹੋਈ ਸੀ ਕਿ ਬਹੁਤ ਵਧੀਆ ਗੱਲ ਆ, ਇੱਕ ਬਦਲ ਆ ਰਿਹਾ, ਸਾਡੇ ਕੋਲ ਇੱਕ ਬਦਲ ਆ ਰਿਹਾ। ਐਵੇਂ ਨਹੀਂ ਕਿ ਕੋਈ ਤੀਜੀ ਧਿਰ ਬਣ ਗਈ, ਤੀਜਾ ਫਰੰਟ ਹੋ ਗਿਆ, ਦੂਜਾ ਫਰੰਟ ਹੋ ਗਿਆ, ਸਾਨੂੰ ਇੱਕ ਚੰਗਾ ਬਦਲ ਮਿਲ ਰਿਹਾ। ਲੇਕਿਨ ਉਸ ਬਦਲ ਦਾ ਬਣਿਆ ਕੀ? ਤੁਸੀਂ ਦੇਖੋ, 4 MP ਜਿੱਤੇ। ਅੱਜ ਸਿਰਫ ਭਗਵੰਤ ਮਾਨ ਤੋਂ ਇਲਾਵਾ ਜਿੰਨਾ, ਚਾਹੇ ਉਹ ਧਰਮਵੀਰ ਗਾਂਧੀ ਸੀ, ਚਾਹੇ ਹਰਿੰਦਰ ਖਾਲਸਾ ਸੀ, ਚਾਹੇ ਸਾਧੂ ਸਿੰਘ ਸੀ ਇਹਨਾਂ ਨਾਲ ਜੁੜੇ ਹੋਏ, ਕਦੇ ਕਿਸੇ ਨੂੰ ਮਨਾਇਆ ਨਹੀਂ। ਉਹ ਘਰੇ ਬੈਠ ਗਏ, ਚੁੱਪ ਕਰਕੇ ਹੋਰ ਪਾਰਟੀਆਂ ਵੱਲੋਂ ਲੜਨ ਲੱਗ ਗਏ, ਲੇਕਿਨ ਇਹਨਾਂ ਨੇ ਜਾ ਕੇ ਉਹਨਾਂ ਦੀ ਬਾਂਹ ਨਹੀਂ ਫੜੀ। ਇਹੀ ਹਾਲ ਕੰਵਰ ਸੰਧੂ ਦਾ ਉਹ ਕਰ ਰਹੇ ਆ ਔਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਐਡਾ ਵੱਡਾ ਉਹ ਆਪਣੇ ਪੱਤਰਕਾਰੀ ਦਾ ਖੇਤਰ ਛੱਡ ਕੇ ਆਉਂਦੇ ਆ, ਜਿਹੜੇ ਆਪਣੇ ਆਪ, ਤੁਸੀਂ ਕੋਈ ਪਾਰਟੀ ਲੈ ਲਓ ਰੰਧਾਵਾ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਜਿੰਨੀਆਂ ਇੱਥੋਂ ਦੀਆਂ ਰਵਾਇਤੀ ਟ੍ਰੈਡੀਸ਼ਨਲ ਪਾਰਟੀਆਂ, ਇਹ ਸਾਰੀਆਂ ਹੀ ਕੰਵਰ ਸੰਧੂ ਨੂੰ ਜਾ ਕੇ ਮਿਲਦੀਆਂ ਸੀ, ਉਹਨਾਂ ਤੋਂ ਸੇਧ ਲੈਂਦੀਆਂ ਸੀ। ਜੇ ਆਲੋਚਨਾ ਕਰਦੇ ਸੀ ਇਸ ਚੀਜ਼ ਦੀ, ਵੀ ਉਹ ਤਾਰੀਫ ਕਰਦੇ ਹੁੰਦੇ ਸੀ। ਸੋ ਹਾਲਾਤ ਮੈਂ ਇਹਦੇ ਚ ਮੈਂ ਤੁਹਾਡੀ ਗੱਲ ਰੋਕੀ, ਮਾਫੀ ਚਾਹੁੰਦਾ ਹੈ। ਦਰਅਸਲ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਯੋਗਿੰਦਰ ਯਾਦਵ ਤੇ ਬਾਕੀ ਇਹ ਫਹਿਰਿਸਤ ਅੱਗੇ ਤੱਕ ਵੱਧਦੀ ਹੈ, ਧਰਮਵੀਰ ਗਾਂਧੀ ਤੱਕ ਆਉਂਦੀ। ਹਾਲਾਂਕਿ ਧਰਮਵੀਰ ਗਾਂਧੀ ਦਾ ਵੀ ਜਦੋਂ ਮੈਂ ਦੇਖਦਾ ਹੁੰਦਾ ਕਿ ਉਹ ਮੁੱਦਿਆਂ ਦੇ ਉੱਤੇ ਆਪਸ ਵਿੱਚ ਜਿਹੜਾ ਲਗਾਤਾਰ ਵਖਰੇਵੇਂ ਰਹਿੰਦੇ ਉਹਨਾਂ ਨਾਲ ਕਈ ਮਾਮਲਿਆਂ 'ਚ। ਲੇਕਿਨ ਕੁੱਲ ਮਿਲਾ ਕੇ ਜੇਕਰ ਪੰਜਾਬ ਮਸਲਿਆਂ ਤੇ ਅਸੀਂ ਕੇਜਰੀਵਾਲ ਨੂੰ ਪਲ ਦੀ ਪਲ ਲਈ ਪਾਸੇ ਵੀ ਰੱਖ ਲਈਏ ਤੇ ਭਗਵੰਤ ਮਾਨ ਲਗਭਗ ਹੁਣ ਤਾਂ ਸ਼ੁਰੂ ਤੋਂ ਅੱਜ ਦੇ ਦਿਨ ਤੱਕ ਸਰਵੇ ਸਰਵਾ ਹੈਗੇ ਨੇ। ਸੁਣਿਆ ਉਹਨਾਂ ਦੀ ਅੱਜ ਕੱਲ ਉੱਤੇ ਬਹੁਤੀ ਮੰਨੀ ਨਹੀਂ ਜਾਂਦੀ, ਉਹਨਾਂ ਨੂੰ ਵੀ ਚਿਹਰਾ ਨਹੀਂ ਬਣਾਇਆ ਜਾ ਰਿਹਾ। ਉੱਪਰਲਿਆਂ ਨੂੰ ਪਤਾ ਹੈ ਕਿ ਪੰਜਾਬ ਨੂੰ ਸੰਜੀਦਾ ਰਾਜਨੀਤੀ ਚਾਹੀਦੀ ਹੈ ਤੇ ਭਗਵੰਤ ਮਾਨ ਦੀ ਰਾਜਨੀਤੀ ਟੋਟਕਿਆਂ ਵਾਲੀ ਹੈ। ਉਹਦੀ ਸੁਹਿਰਦਤਾ 'ਚ ਕੋਈ ਕਮੀ ਨਹੀਂ, ਪਰ ਉਹਦਾ ਚਿਹਰਾ ਪ੍ਰਵਾਨਿਆ ਨਹੀਂ ਗਿਆ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਭਗਵੰਤ ਮਾਨ ਨੇ ਜਿੰਨੀ ਮਿਹਨਤ ਕੀਤੀ ਆ, ਉਹਨੂੰ ਉਹਨਾਂ ਮੁੱਲ ਸ਼ਾਇਦ ਅਜੇ ਮਿਲਣਾ ਹੈ ਜਾਂ ਮਿਲੇਗਾ ਵੀ ਕਿ ਨਹੀਂ, ਕਿਉਂਕਿ MP ਬਣ ਕੇ ਉਹਦੀ ਤਸੱਲੀ ਅਜੇ ਨਹੀਂ ਹੋਈ। ਸਵਾਲ ਇਹ ਆ ਕਿ ਭਗਵੰਤ ਮਾਨ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਦੇਖੇ, ਬਹੁਤ ਸਾਰੇ ਐਸੇ ਲੋਕ ਉਹਨੂੰ ਨਜ਼ਰ ਆਉਣਗੇ ਜਿਹੜੇ ਸਿਰਫ ਤੇ ਸਿਰਫ ਬਹੁਤ ਛੋਟੇ ਮਸਲੇ ਉਠਾ ਸਕਦੇ ਆ। ਜਿਨ੍ਹਾਂ ਨੇ ਸੀਰੀਅਸਲੀ ਸਿਆਸਤ ਕਰਨੀ ਆ, ਅਜੇ ਉਹ ਇਸ ਮੰਚ ਤੋਂ ਨਦਾਰਦ ਨੇ ਜਾਂ ਇਸ ਮੰਚ ਦਾ ਹਿੱਸਾ ਨਹੀਂ ਬਣੇ ਜਾਂ ਬਣ ਨਹੀਂ ਦਿੱਤੇ ਗਏ। ਇਹ ਭਗਵੰਤ ਮਾਨ ਨੇ ਦੱਸਣਾ ਹੈ ਕਿ ਆਖਰ ਸੂਬੇ ਦੀ ਰਾਜਨੀਤੀ 'ਚ ਜੇ ਉਹ ਸਭ ਤੋਂ ਉੱਪਰ ਨੇ ਤਾਂ ਉਹਨਾਂ ਨੇ ਹੁਣ ਤੱਕ ਸਿਆਣੇ ਲੋਕਾਂ ਨਾਲ ਕਿੰਨੀ ਵਾਰੀ ਰਾਬਤਾ ਕੀਤਾ, ਟੁੱਟਿਆਂ ਦੇ ਕੋਲ ਪਰਸਨਲੀ ਸਟੇਟਮੈਂਟ ਦੇਣ ਤੋਂ ਇਲਾਵਾ ਕਿੰਨੀ ਵਾਰੀ ਗਏ। ਕੰਵਰ ਸੰਧੂ ਨੇ 2 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਸ਼ਾਇਦ, ਜਿਹਦੇ 'ਚ ਉਹਨਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਜੇ ਵੀ ਗਲਤੀਆਂ ਕਰ ਰਹੀ, ਤੇ ਉਹ ਸਾਰੀ ਉਹਨਾਂ ਦੀ ਟੀਮ ਜਿਹੜੀ ਆ ਉਹ ਸਾਡੇ ਤੇ ਵੀ ਟਿੱਪਣੀਆਂ ਕਰ ਸਕਦੇ ਆ। ਉਹਨਾਂ ਦਾ ਵੈਲਕਮ ਆ। ਜਦੋਂ ਤੁਸੀਂ ਵਾਹਣ 'ਚ ਹੋਵੋ ਤੇ ਇੱਕੋ ਜਿਹਾ ਹੀ ਹੁੰਦਾ ਭੱਜਣਾ। ਸੋ ਮੈਨੂੰ ਇੰਝ ਲੱਗਦਾ ਕਿ ਅਸੀਂ ਤਾਂ ਵੈਲਕਮ ਕਰਾਂਗੇ, ਸਾਨੂੰ ਗਾਲਾਂ ਵੀ ਕੱਢ ਲੈਣ, ਪਰ ਸੱਚ ਇਹ ਆ ਕਿ ਜਿਹੜੀ ਸਿਆਸਤ ਪੰਜਾਬ ਨੂੰ ਬਦਲਣ ਤੁਰੀ ਸੀ ਜਾਂ ਜਿਹੜੀ ਦਿੱਲੀ 'ਚੋਂ ਬਦਲਣ ਤੁਰੀ ਸੀਗੀ, ਉਹ ਸਿਆਸਤ ਖੁਦ ਬਦਲ ਚੁੱਕੀ ਆ। ਅੱਜ ਇਹਨਾਂ ਨੇ ਇਹ ਰਵਾਇਤ ਜਿਹੜੀ ਹੁਣ ਨਵੀਂ ਤੋਰੀ ਆ ਕਿ ਜਿੰਨੇ ਵੀ ਲੋਕ ਇੰਚਾਰਜ ਲਾਏ ਜਾ ਰਹੇ ਆ, ਕਿ ਅਖੀਰ ਤੱਕ ਸਿਰੇ ਚੜਨਗੇ, ਇਹ ਵੀ ਇੱਕ ਵੱਡਾ ਮਸਲਾ ਹੈ। ਅੱਜ ਦੇ ਇੰਚਾਰਜਾਂ ਨੂੰ ਕੱਲ ਇਹ ਕਹਿ ਕੇ ਕਿ ਇਹਨਾਂ ਨੂੰ ਹਲਕਾ ਇੰਚਾਰਜ ਫਾਰ ਦਾ ਟਾਈਮ ਬੀਇੰਗ ਲਾਇਆ ਸੀ, ਟਿਕਟ ਨਹੀਂ ਸੀ ਦਿੱਤੀ ਅਸੀਂ। ਸਵਾਲ ਇਹ ਆ ਕਿ ਤੁਸੀਂ ਬੰਦਿਆਂ ਨੂੰ ਵਰਤੋ ਤੇ ਬਾਅਦ ਦੇ ਵਿੱਚ ਪਾਸੇ ਕਰ ਦਿਓ, ਉਹਨਾਂ ਦਾ ਪਰਸਨਲ ਕਲੈਸ਼ ਵੀ ਕਰਾ ਦਿਓ, ਲੋਕਾਂ ਨਾਲ ਆਪਸ ਵਿੱਚ ਲੜਾਈਆਂ ਝਗੜੇ। ਪਿੱਛੇ ਕੋਈ ਸਿਆਣਾ ਜਿਹਾ ਬੰਦਾ ਮੈਂ ਅਥਰੂ ਨਾਲ ਰੋਂਦਾ ਦੇਖਿਆ ਸੀ ਜਦੋਂ ਟਿਕਟਾਂ ਇੰਚਾਰਜ ਲਾ ਰਹੇ ਸੀ ਪਿਛਲੀ ਵਾਰੀ। ਸੋ ਮੈਨੂੰ ਇਹ ਜ਼ਰੂਰ ਦੱਸੋ ਕਿ ਭਗਵੰਤ ਮਾਨ ਜਿਹੜੇ ਕਿ ਕਮੇਡੀ ਤੋਂ ਆਉਂਦੇ ਆ, ਰਾਜਨੀਤੀ ਚ ਆਉਂਦੇ ਆ, ਰਾਜਨੀਤੀ ਨੂੰ ਵੀ ਕਮੇਡੀ ਵਾਂਗ ਅੱਗੇ ਤੋਰਦੇ ਆ,
ਤੇ ਫਿਰ ਕਮੇਡੀ ਦੇ ਵਿੱਚ ਫਸ ਕੇ ਰਹਿ ਜਾਂਦੇ। ਭਗਵੰਤ ਮਾਨ ਆਪਣਾ ਸਰੂਪ ਬਦਲਣ 'ਚ ਅਸਫਲ ਹੋਏ ਆ। ਇਹ ਕਦੇ ਉਹਨਾਂ ਨੇ ਸ਼ਾਇਦ ਮੁਲਾਂਕਣ ਕੀਤਾ ਕਿ ਨਹੀਂ, ਤੁਹਾਡਾ ਨਿੱਜੀ ਵਾਰ ਰਿਹਾ ਹੋਊਗਾ। ਮੈਂ ਵੀ 5-7 ਵਾਰੀ 10 ਵਾਰੀ ਉਹਨਾਂ ਨੂੰ ਮਿਲਿਆ, ਸਾਡੇ ਮਿੱਤਰ ਵੀ ਨੇ, ਮਿੱਤਰਾਂ 'ਚ ਹੀ ਆਉਂਦੇ ਨੇ, ਲੇਕਿਨ ਅਜੇ ਉਹਨਾਂ ਨੇ ਆਪਣਾ ਮੁਲਾਂਕਣ ਕਰਨਾ ਹੈ ਕਿ ਕਿਸ ਦਿਸ਼ਾ 'ਚ ਅੱਗੇ ਵਧਣਾ। ਕੀ ਕਹਿੰਦੇ ਹੋ? ਤੁਸੀਂ ਇੱਕ ਗੱਲ ਬਹੁਤ ਠੀਕ ਕਹੀ ਹੈ ਰੰਧਾਵਾ ਜੀ। ਭਗਵੰਤ ਮਾਨ ਉਹਨਾਂ ਦਾ ਕੈਰੀਅਰ ਸੀ ਜਿਹੜਾ, ਉਹ ਐਜ਼ ਕਮੇਡੀਅਨ ਸ਼ੁਰੂ ਹੋਇਆ ਸੀ, ਤੇ ਅੱਜ ਵੀ ਮੈਨੂੰ ਲੱਗਦਾ ਲੋਕੀ ਉਹਨਾਂ ਨੂੰ ਕਮੇਡੀਅਨ ਦੇ ਤੌਰ ਤੇ ਜਾਣਦੇ ਆ, ਪੋਲੀਟੀਸ਼ੀਅਨ ਦੇ ਤੌਰ ਤੇ ਜਾਣਦੇ ਨਹੀਂ। ਉਹਨਾਂ ਨੇ ਆਪਣੇ ਆਪ 'ਚ ਜਿਹੜੀ ਟਰਾਂਸਫੋਰਮੇਸ਼ਨ ਉਹਨਾਂ ਦੇ ਵਿੱਚ ਆਉਣੀ ਚਾਹੀਦੀ ਸੀ, ਉਹ ਆਈ ਨਹੀਂ, ਹਜੇ ਤੱਕ ਨਹੀਂ ਆਈ। ਔਰ ਤੁਸੀਂ ਯਕੀਨ ਮੰਨਿਓ, ਤੁਸੀਂ ਲੋਕਾਂ ਨਾਲ ਗੱਲ ਕਰਿਓ, ਹਾਂ ਉਹ ਕਹਿਣਗੇ ਭਗਵੰਤ ਮਾਨ ਵਧੀਆ ਟੋਟਕੇ ਵਧੀਆ ਸੁਣਾ ਦਿੰਦਾ, ਹਸਾ ਦਿੰਦਾ, ਲੇਕਿਨ ਹਾਂ ਇਹ ਮੁੱਖ ਮੰਤਰੀ ਸਟਾਫ ਨਹੀਂ ਹੈ। ਇਹ ਸੰਜੀਦਾ ਗੱਲ ਨਹੀਂ ਕਰਦਾ, ਔਰ ਕੋਈ ਉਹਦੀ ਗੱਲ ਨੂੰ ਸੰਜੀਦਗੀ ਨਾਲ ਲੈਂਦਾ ਨਹੀਂ, ਚਾਹੇ ਜਿੰਨੀ ਮਰਜ਼ੀ ਸੀਰੀਅਸ ਗੱਲ ਕਰ ਲੇ। ਇੱਕ ਤਾਂ ਭਗਵੰਤ ਮਾਨ ਦਾ ਇਹ ਰੂਪ ਆ, ਦੂਸਰਾ ਭਗਵੰਤ ਮਾਨ ਦਾ ਰੂਪ ਹਜੇ ਤੱਕ ਜੋ ਪਾਰਟੀ ਦੇ ਅੰਦਰ ਉਭਰਿਆ, ਔਰ ਪਾਰਟੀ ਨੂੰ ਭਲੀ ਭਾਂਤੀ ਉੱਪਰ ਤੱਕ ਪਤਾ। ਭਗਵੰਤ ਮਾਨ ਕਿਸੇ ਹੋਰ ਸ਼ਖਸੀਅਤ ਨੂੰ ਉੱਭਰਦੀ ਹੋਈ ਵੇਖ ਕੇ ਬਰਦਾਸ਼ਤ ਹੀ ਨਹੀਂ ਕਰ ਸਕਦਾ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਜਾਂ ਤਮਾਮ ਜਿਹੜੇ ਲੀਡਰਸ ਆਏ ਨੇ, ਚਾਹੇ ਹਰਵਿੰਦਰ ਸਿੰਘ ਫੂਲਕਾ ਵੀ ਜੁੜੇ ਰਹੇ ਆ ਜਾਂ ਸੁਖਪਾਲ ਸਿੰਘ ਖਹਿਰਾ ਹੋਣ, ਕਿਸੇ ਵੀ ਲੀਡਰ ਨੂੰ ਭਗਵੰਤ ਮਾਨ ਨੇ ਬਰਦਾਸ਼ਤ ਨਹੀਂ ਕੀਤਾ, ਚੱਲਣ ਨਹੀਂ ਦਿੱਤਾ। ਲਗਭਗ ਉਹੀ ਆ ਕਿ ਜੇ ਕਿਸੇ ਹੋਰ ਨੂੰ ਤੁਸੀਂ ਥਾਪੋਗੇ ਤਾਂ ਮੈਂ ਬਾਹਰ ਚਲਾ ਜਾਵਾਂਗਾ। ਪਾਰਟੀ ਕੋਲੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਬਦਲਣੇ ਜਾਂ ਪਾਰਟੀ ਦੀ ਉਸ ਤਰ੍ਹਾਂ ਦੀ ਸੋਚ ਨਹੀਂ। ਇੱਕ ਗੱਲ ਤੁਸੀਂ ਬੜੀ ਅਹਿਮ ਕਹੀ ਆ, ਬੜੀ ਇੰਪੋਰਟੈਂਟ ਕਹੀ ਆ ਕਿ ਉਹਦੀ ਜ਼ਿਆਦਾ ਭਗਵੰਤ ਮਾਨ ਉਹਨਾਂ ਦੀ ਉੱਤੇ ਸੁਣੀ ਨਹੀਂ ਜਾਂਦੀ। ਬਿਲਕੁਲ ਗੱਲ ਤੁਸੀਂ ਠੀਕ ਕਹੀ ਆ, ਉਹਨਾਂ ਦੀ ਕਦੇ ਵੀ ਨਹੀਂ ਸੁਣੀ ਜਾਂਦੀ। ਸਿਰਫ ਤੇ ਸਿਰਫ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਤਰ੍ਹਾਂ ਕਹੋ। ਤੁਸੀਂ ਦੇਖੋ, ਇੱਕ ਵਾਰੀ ਮੈਂ ਰੰਧਾਵਾ ਜੀ ਤੁਹਾਨੂੰ ਦੱਸਦਾ ਕਿ ਪਾਰਟੀ ਦੇ ਕੁਝ ਆਗੂਆਂ ਨੇ ਇਕੱਠੇ ਹੋ ਕੇ, ਚਾਹੇ ਉਹ ਫੂਲਕਾ ਸਾਹਿਬ ਸੀ, ਚਾਹੇ ਉਹ ਸੁਖਪਾਲ ਖਹਿਰਾ ਸੀ, ਚਾਹੇ ਉਹ ਤਮਾਮ ਕੰਵਰ ਸੰਧੂ ਜਾਂ ਸਾਰੇ ਲੀਡਰ ਸੀ, ਇਹਨਾਂ ਨੇ ਕਿਹਾ ਕਿ ਆਪਾਂ ਥੋੜੀ, ਜਦੋਂ ਇਹ 2017 ਦੀਆਂ ਇਲੈਕਸ਼ਨਾਂ ਹਾਰਦੇ ਨੇ, ਆਪਾਂ ਜਾ ਕੇ ਹਾਈ ਕਮਾਂਡ ਕੋਲੇ ਚੱਲਦੇ ਹਾਂ ਤੇ ਆਪਾਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ। ਕਮ ਸੇ ਕਮ ਸਾਡੇ ਬੈਂਕ ਅਕਾਊਂਟ ਇਕੱਠੇ ਇੱਥੇ ਪੰਜਾਬ 'ਚ ਹੋਣ, ਸਾਨੂੰ ਆਪਣੇ ਡਿਸੀਜਨ ਲੈਣ ਦਾ ਆਪਣਾ ਹੱਕ ਹੋਵੇ। ਲੇਕਿਨ ਅੱਜ ਵੀ ਤੁਸੀਂ ਦੇਖੋ, ਆਪਾਂ ਕਈ ਵਾਰੀ ਇਹਦੀ ਉਦਾਹਰਨ ਦੇ ਚੁੱਕੇ ਹਾਂ। ਜੇ ਆਈਜੀ, ਜਿਹੜੇ ਸਾਬਕਾ ਆਈਜੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਇੱਥੇ ਆ ਕੇ ਸ਼ਾਮਿਲ ਹੁੰਦੇ ਨੇ, ਭਗਵੰਤ ਮਾਨ ਸਿਰਫ ਇੱਕ ਬੈਠ ਕੇ ਦੇਖਦੇ ਆ, ਅਰਵਿੰਦ ਕੇਜਰੀਵਾਲ ਉੱਥੋਂ ਅਨਾਉਂਸ ਕਰਦੇ ਆ, ਇੱਥੇ ਆ ਕੇ ਉਹਨਾਂ ਨੂੰ ਜੁਆਇਨ ਕਰਾ ਦਿੰਦੇ ਆ। ਜੇ ਬਿਜਲੀ ਦੇ ਯੂਨਿਟਾਂ ਦੀ ਗੱਲ ਹੁੰਦੀ ਹੈ ਕਿ 300 ਯੂਨਿਟ ਅਸੀਂ ਮਾਫ ਕਰਾਂਗੇ, 24 ਘੰਟੇ ਬਿਜਲੀ ਦੇਵਾਂਗੇ, ਇਸ ਤਰ੍ਹਾਂ ਦੇ ਇੱਕ ਬਹੁਤ ਹੀ ਆਮ ਮੁੱਦਿਆਂ ਦੀ ਕੌਣ ਆ ਕੇ ਅਨਾਉਂਸਮੈਂਟ ਕਰਦਾ, ਕੌਣ ਐਲਾਨ ਕਰਦਾ? ਇੱਥੇ ਆ ਕੇ ਅਰਵਿੰਦ ਕੇਜਰੀਵਾਲ ਕਰਦੇ ਆ। ਸੋ ਭਗਵੰਤ ਮਾਨ ਦੀ ਤੁਸੀਂ ਦੱਸੋ ਕਿ ਕੀ ਅਹਿਮੀਅਤ ਆ? ਸਿਰਫ ਸਵਾਏ ਸਟੇਟਮੈਂਟਾਂ ਦੇਣ ਦੇ। ਕਦੇ ਉਹਨਾਂ ਨੇ ਕੋਈ ਚੰਗਾ ਲੀਡਰ ਲੈ ਕੇ ਆਂਦਾ ਹੋਵੇ ਆਪਣੇ ਤੌਰ ਤੇ ਕਿ ਦੇਖੋ ਜੀ ਮੈਂ ਲੈ ਕੇ ਆਇਆ, ਤੁਸੀਂ ਇਹਨਾਂ ਨੂੰ ਥਾਪੀ ਦਿਓ, ਆਪਾਂ ਇਹਨਾਂ ਦੇ ਨਾਲ ਚੱਲਣਾ? ਨਹੀਂ। ਕਦੇ ਕਿਸੇ ਨੂੰ ਇਹ ਸੁਣਿਆ ਹੋਵੇ ਤੁਸੀਂ ਭਗਵੰਤ ਮਾਨ ਨੇ ਕਿਸੇ ਨੂੰ ਮਨਾਇਆ ਹੋਵੇ ਜਾਂ ਕੋਈ ਸਟੈਂਡ ਲਿੱਤਾ ਹੋਵੇ? ਸਿਰਫ ਯੈਸਮੈਨ ਬਣੇ ਹੋਏ ਆ ਉਹ ਦਿੱਲੀ ਦੇ, ਕਿ ਜਿੰਨੀ ਦੇਰ ਤੱਕ ਮੈਂ ਸਿਰ ਝੁਕਾ ਕੇ ਯੈਸਮੈਨ ਬਣ ਕੇ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਰਹੂੰਗਾ, ਕਮ ਸੇ ਕਮ ਕੋਈ ਇਸ ਤਰ੍ਹਾਂ ਦਾ ਬੰਦਾ ਮੇਰੇ ਅੱਗੇ ਜਾਂ ਮੇਰੇ ਮੂਹਰੇ ਲਿਆ ਕੇ ਖੜਾ ਨਹੀਂ ਕਰਨਗੇ ਜਿਹੜਾ ਮੇਰੀ ਅਥਾਰਟੀ ਨੂੰ, ਮੇਰੇ ਅਹੁਦੇ ਨੂੰ ਚੈਲੰਜ ਕਰੂਗਾ। ਇਸ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ, ਔਰ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਨੁਕਸਾਨ ਹੋ ਰਿਹਾ ਤੇ ਉਹਨਾਂ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਜਿਨ੍ਹਾਂ ਨੂੰ ਇਸ ਪਾਰਟੀ ਤੋਂ ਬਹੁਤ ਸਾਰੀਆਂ ਉਮੀਦਾਂ ਸੀ। ਜੀ, ਭਗਵੰਤ ਮਾਨ ਪੰਜਾਬ ਦਾ ਚਿਹਰਾ ਹੈ ਪਾਰਲੀਮੈਂਟ ਦੇ ਵਿੱਚ। ਜਦੋਂ ਬੋਲਦੇ ਆ ਚੰਗਾ ਬੋਲਦੇ ਆ, ਭਾਵੇਂ ਆਪਣੇ ਸਟਾਈਲ 'ਚ ਬੋਲਦੇ ਆ, ਲੇਕਿਨ ਅਫਸੋਸ ਇਹ ਹੈ ਕਿ ਜਦੋਂ ਪਿਛਲੀ ਵਾਰੀ 2017 ਦੇ ਵਿੱਚ ਕਾਊਂਟਿੰਗ ਹੋ ਰਹੀ ਸੀ ਤੇ ਮੈਨੂੰ ਯਾਦ ਹੈ ਇੱਕ ਵੀਡੀਓ ਵਾਇਰਲ ਹੋ ਗਈ ਸੀ ਦਿੱਲੀ ਦੇ ਵਿੱਚ। ਦਿੱਲੀ ਦੇ ਸੂਬੇਦਾਰ ਪੰਜਾਬ ਨਾਲ ਸੰਬੰਧਿਤ ਜਿਹੜੇ ਸੀ, ਉਹਨਾਂ 'ਚ ਸਾਰੇ ਹੀ ਸਿਆਣੇ ਬੰਦੇ ਸੀਗੇ, ਸੰਜੇ ਸਿੰਘ ਤੋਂ ਲੈ ਕੇ। ਉਹ ਬੜੀ ਚੜਗਿੱਲੀ ਪੰਜਾਬ ਦਾ ਸ਼ਬਦ ਹੈ ਕਿ ਉਹ ਬੜਾ ਹਾਸਾ ਠੱਠਾ ਕਰਦੇ ਸੀ, ਭਗਵੰਤ ਮਾਨ ਨੂੰ ਫੋਨ ਲਾਓ ਜੀ। ਭਗਵੰਤ ਮਾਨ ਨਾਲ ਗੱਲ ਵੀ ਹੁੰਦੀ ਆ ਜਦੋਂ ਸੀਟਾਂ ਥੋੜੀਆਂ ਉੱਪਰ ਥੱਲੇ ਹੋ ਰਹੀਆਂ ਸੀ। ਸੋ ਜਿਹੜਾ ਉਹ ਲਹਿਜਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣ ਦਾ ਜਾਂ ਬਾਕੀ ਚੀਜ਼ਾਂ ਦਾ, ਉਹ ਕਈ ਵਾਰੀ ਖਟਕਦਾ ਹੈ। ਇਹ ਪੰਜਾਬ ਦੀ ਰਾਜਨੀਤੀ ਬਹੁਤ ਦੁਖਾਂਤ ਦੀ ਰਾਜਨੀਤੀ ਬਣ ਗਈ ਆ, ਬੜੇ ਮੁੱਦਿਆਂ ਦੀ ਰਾਜਨੀਤੀ ਆ। ਪੰਜਾਬ ਬਦਲਾਅ ਚਾਹੁੰਦਾ ਹੈ ਤੇ ਜਿਹੜੀ ਇਹ ਤੀਜੀ ਧਿਰ ਆ ਆਮ ਆਦਮੀ ਪਾਰਟੀ, ਇਹਨੂੰ ਤਾਂ ਹੁਣ ਦੂਜੀ ਵੀ ਕਵਾਂਗੇ ਕਿਉਂਕਿ ਅਕਾਲੀ ਬਹੁਤ ਪਿੱਛੇ ਚਲੇ ਗਏ ਆ। ਇਹ ਜਿਹੜੀ ਰਾਜਨੀਤੀ ਆ ਇਹਨੂੰ ਲੋਕ ਇੱਕ ਬਦਲਦੀ ਰਾਜਨੀਤੀ, ਇੱਕ ਸਬਸਟੀਟਿਊਟ ਵਜੋਂ ਦੇਖ ਰਹੇ ਆ ਕਿ ਕੁਝ ਸਾਡੇ ਮਸਲਿਆਂ ਦਾ ਹੱਲ ਹੋ ਜਾਊਗਾ। ਪਰ ਜੇ ਇਹ ਸੰਜੀਦਾ ਰਾਜਨੀਤੀ ਨਹੀਂ ਹੁੰਦੀ ਤੇ ਰਾਜਨੀਤੀ ਹੁੰਦੀ ਵੀ ਰਹਿੰਦੀ ਆ ਤੇ ਬਦਲਾਅ ਦੀ ਲਹਿਰ ਨੂੰ ਸੱਟ ਲੱਗਦੀ ਹੈ। ਸਾਡਾ ਕੰਸਰਨ, ਸਾਡਾ ਸਰੋਕਾਰ ਇੰਨਾ ਹੀ ਆ ਕਿ ਜੇ ਬਦਲਵੀਂ ਰਾਜਨੀਤੀ ਕਰਨੀ ਆ ਤਾਂ ਇੰਨੀ ਸੰਜੀਦਗੀ ਨਾਲ ਕਰੋ ਕਿ ਕੁਝ ਬਦਲ ਜਾਏ। ਤੇ ਜੇਕਰ ਭਗਵੰਤ ਮਾਨ ਜੀ ਬੜੀ ਅਧੀਨਗੀ ਨਾਲ, ਨਿਮਰਤਾ ਨਾਲ ਬੇਨਤੀ ਕਿਤੇ ਸੁਣ ਲਓ ਇਸ ਗੱਲ ਨੂੰ, ਪੰਜਾਬ ਦੇ ਵਿੱਚ ਰਾਜਨੀਤੀ ਨਹੀਂ, ਇਸ ਵੇਲੇ ਸੇਵਾ ਦੀ ਲੋੜ ਆ। ਬਾਦਲਾਂ ਨੇ ਸੇਵਾ ਦੇ ਨਾਂ ਤੇ ਬਹੁਤ
ਥੱਲੇ ਲੈਵਲ ਦੀ ਰਾਜਨੀਤੀ ਕੀਤੀ, ਬੜੇ ਮਸਲੇ ਦੇ ਕੇ ਚਲੇ ਗਏ ਨੇ। ਤੁਹਾਨੂੰ ਹੁਣ ਸੰਜੀਦਾ ਹੋਣਾ ਪਊਗਾ, ਨਹੀਂ ਤੇ ਇਤਿਹਾਸ ਵਿੱਚ ਸਥਾਨ ਤਾਂ ਸਭ ਨੂੰ ਹੀ ਮਿਲਦੇ ਨੇ। ਇੱਕ ਲਹਿਰ ਬਣੀ ਤੇ ਟੁੱਟ ਗਈ, ਇਦਾਂ ਨਾ ਹੋਵੇ। ਔਰ ਫਿਰ ਦੂਜੀ ਗੱਲ ਜਿਹੜੀ ਮੈਂ ਅੱਗੇ ਆਉਣਾ ਹੈ ਕਿ ਇਹੀ ਰਾਜਨੀਤੀ ਮਨਪ੍ਰੀਤ ਜੀ ਸੁਖਬੀਰ ਸਿੰਘ ਬਾਦਲ ਦੇ ਹਿੱਸੇ ਦੀ ਆ। ਜਦੋਂ ਕੇਜਰੀਵਾਲ ਅੰਨਾ ਹਜ਼ਾਰੇ ਮੂਵਮੈਂਟ ਤੋਂ ਬਾਅਦ ਇਨਕਲਾਬ ਵਰਗੀ ਇੱਕ ਚਿਣਗ ਲੈ ਕੇ ਤੁਰਦੇ ਆ, ਤਾਂ ਲੋਕਾਂ ਨੂੰ ਹੁਣੇ ਬਦਲਿਆ ਦਾ ਭੁਲੇਖਾ ਪੈਂਦਾ ਸੀ ਕੁਝ ਸਿਸਟਮ। ਇਸੇ ਤਰੀਕੇ ਨਾਲ 1920 ਚ ਅਕਾਲੀ ਦਲ ਬਣਦਾ ਤੇ ਸਿਧਾਂਤਾਂ ਤੇ ਪਹਿਰਾ ਦਿੰਦਾ, ਗਾਂਹ ਤੁਰਿਆ ਆਉਂਦਾ। ਸੁਖਬੀਰ ਬਾਦਲ ਨੇ ਉਹਨੂੰ ਕਾਰਪੋਰੇਟ ਲੀਆਂ ਤੇ ਲਿਆਂਦਾ। ਹੁਣ ਕਾਲੀ ਦੇ ਵਿੱਚ ਬਸਪਾ ਨਾਲ ਜਿਹੜਾ ਸਮਝੌਤਾ ਹੋਇਆ, ਬਸਪਾ ਨਾਲ 20 ਸੀਟਾਂ ਦੇਤੀਆਂ ਕਿਉਂਕਿ ਉਹਨਾਂ ਕੋਲ ਖਾਲੀ ਪਈਆਂ ਸੀ ਕਾਫੀ। ਉਹਨਾਂ ਨੇ ਸੌਦਾ ਕੀਤਾ ਫਾਇਦੇ ਦਾ, ਲੇਕਿਨ ਅਗਲਿਆਂ ਨੂੰ ਘਾਟੇ ਦਾ ਲੱਗਿਆ। ਹੁਣ ਪਹਿਲਾਂ ਤਾਂ ਇੱਕ ਪ੍ਰਧਾਨ ਬਾਹਰ ਕੱਢਤਾ ਭੈਣ ਮਾਇਆਵਤੀ ਨੇ ਬਸਪਾ ਦੇ ਲਫ਼ਜ਼ਾਂ ਤੋਂ, ਲੇਕਿਨ ਦੂਜਾ ਪ੍ਰਧਾਨ ਜਿਹੜਾ ਕਰੀਮਪੁਰੀ, ਕਦੇ ਲੀਡਰਸ਼ਿਪ ਦੀ ਅੱਖ ਦਾ ਤਾਰਾ ਸੀ, ਅੱਜ ਉਹ ਹਿਮਾਚਲ ਦੇ ਇੰਚਾਰਜ ਨੇ ਬਸਪਾ ਦੇ, ਉਹਨਾਂ ਨੂੰ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਆ। ਔਰ ਬਸਪਾ ਦੇ ਅੰਦਰ ਇੱਕ ਗ੍ਰਹਿ ਯੁੱਧ ਛਿੜਿਆ ਹੋਇਆ। ਸੁਖਬੀਰ ਸਿੰਘ ਬਾਦਲ ਦਾ ਹਰ ਕਦਮ ਪੁੱਠੇ ਪਾਸੇ ਨੂੰ ਚੱਲ ਪੈਂਦਾ। ਕੁਦਰਤ ਨਾਰਾਜ਼ ਲੱਗਦੀ ਹੈ। ਮੈਨੂੰ ਇੰਝ ਲੱਗਦਾ ਕੋਈ ਔੜ ਪੌੜ ਕਰਨੇ ਚਾਹੀਦੇ ਆ, ਕਿਉਂਕਿ ਬਹੁਤ ਅਧੀਨਗੀ ਨਾਲ ਗੁਰੂ ਘਰ 'ਚ ਬਹਿ ਕੇ ਸੁਖਬੀਰ ਨੂੰ ਮੁਲਾਂਕਣ ਕਰ ਲੈਣੇ ਚਾਹੀਦੇ ਆ ਕਿ ਗਲਤੀਆਂ ਤਾਂ ਹੋਈਆਂ ਲੱਗਦੀਆਂ, ਕੁਦਰਤ ਨਾਰਾਜ਼ ਲੱਗਦੀ। ਕੀ ਕਹਿੰਦੇ ਹੋ? ਬਹੁਤ ਸਹੀ ਗੱਲ ਕਹੀ ਆ। ਗੱਲ ਇਸ ਤਰ੍ਹਾਂ ਰੰਧਾਵਾ ਜੀ ਕਿ ਸੁਖਬੀਰ ਸਿੰਘ ਬਾਦਲ 10 ਸਾਲ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ 10 ਸਾਲ ਸਰਕਾਰ ਚਲਾਈ ਆ, ਤੇ ਉਸ ਦਰਮਿਆਨ ਬਹੁਤ ਸਾਰੀਆਂ ਗਲਤੀਆਂ ਹੋਈਆਂ, ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਹੋਏ ਆ ਜਿਹੜੇ ਕਿ ਜਨਤਾ ਦੇ ਹੱਕ 'ਚ ਨਹੀਂ ਗਏ। ਇਸ ਤੇ ਵੀ ਆਪਾਂ ਕਦੇ ਬਾਅਦ 'ਚ ਗੱਲ ਕਰਾਂਗੇ। ਲੇਕਿਨ ਹੁਣ ਗੱਲ ਆ ਕਿ ਬਹੁਜਨ ਸਮਾਜ ਪਾਰਟੀ ਦਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਤਾਂ ਇੱਕ ਮਾਸਟਰ ਸਟ੍ਰੋਕ ਆ, ਇਹ ਤਾਂ ਕਮਾਲ ਦਾ ਕੰਮ ਉਹਨਾਂ ਨੇ ਕਰਤਾ, ਇਸ ਨਾਲ ਤਾਂ ਉਹਨਾਂ ਦੀ ਸੱਤਾ ਬਣੀ। ਲੇਕਿਨ ਅੱਜ ਦੀ ਤਰੀਕ 'ਚੋਂ ਨਜ਼ਰ ਨਹੀਂ ਆ ਰਹੀ। ਨਜ਼ਰ ਇਸ ਕਰਕੇ ਨਹੀਂ ਆ ਰਹੀ ਕਿ ਲੋਕੀ ਕਹਿੰਦੇ ਆ ਕਿ 20 ਸੀਟਾਂ ਤਾਂ ਤੁਸੀਂ ਕੱਢ ਹੀ ਦਿਓ, 97 ਸੀਟਾਂ ਦੀ ਗੱਲ ਕਰੋ। 97 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਸੀਟਾਂ ਲੈ ਕੇ ਜਾਊਗਾ? ਕਿਉਂਕਿ ਰੰਧਾਵਾ ਜੀ ਬੜੀ ਇਹ ਸਪਸ਼ਟ ਗੱਲ ਆ ਕਿ ਬਹੁਜਨ ਸਮਾਜ ਪਾਰਟੀ ਨੂੰ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਸਿਰਫ ਇਹ ਕਹਿ ਦੇਣਾ ਕਿ 32% ਦਲਿਤ ਤੇ 32% ਜਿਵੇਂ ਇਦਾਂ ਲੱਗਦਾ ਜਿਵੇਂ ਬਹੁਜਨ ਸਮਾਜ ਪਾਰਟੀ ਵਾਲੀ ਉੱਲਰ ਜੂਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਜਿਹੜੀ ਮਾਨਸਿਕਤਾ ਨੂੰ ਰੱਖਣਾ ਔਰ ਇਸ ਤਰ੍ਹਾਂ ਉਹਨਾਂ ਨੂੰ ਪਾਲਣਾ ਤੇ ਉਹਦੀ ਪ੍ਰੋਜੈਕਸ਼ਨ ਕਰਨੀ, ਇਹ ਆਪਣੇ ਆਪ 'ਚ ਗਲਤ ਆ। ਕਿਉਂਕਿ ਜਦੋਂ ਇੱਕ ਕਨਸਟੀਟੂਐਂਸੀ ਚੋਂ, ਇੱਕ ਹਲਕੇ ਚੋਂ ਇੱਕ ਪਾਰਟੀ ਕੋਈ ਕੈਂਡੀਡੇਟ ਖੜਾ ਕਰੂਗੀ ਤੇ ਬਾਕੀ ਪਾਰਟੀ ਨਹੀਂ ਜਿਹੜੀਆਂ ਹੈਗੀਆਂ ਉਹ ਨਹੀਂ ਆਪਣੇ ਕੈਂਡੀਡੇਟਸ ਖੜਾ ਕਰਨਗੀਆਂ। ਤੇ ਜਿਹਦੀ ਜ਼ਿਆਦਾ ਮਕਬੂਲੀਅਤ ਹੋਊਗੀ, ਜਿਹਦੀ ਜ਼ਿਆਦਾ ਉੱਥੇ ਮਸ਼ਹੂਰੀ ਹੋਊਗੀ, ਜਿਹਦਾ ਨਾਮ ਹੋਏਗਾ, ਉਹੀ ਉੱਥੇ ਬਾਜ਼ੀ ਮਾਰੂਗਾ। ਕਹਿਣ ਦਾ ਮਤਲਬ ਆ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਇੰਨਾ ਕਲੇਸ਼ ਆ। ਔਰ ਰੰਧਾਵਾ ਜੀ ਇਹ ਜਿਹੜਾ ਕਲੇਸ਼ ਆ ਆਪਸ ਦੇ ਵਿੱਚ ਟਕਰਾਅ, ਇਹ ਇਕੱਲਾ ਪੰਜਾਬ 'ਚ ਨਹੀਂ ਵੇਖਿਆ ਜਾ ਰਿਹਾ, ਇਹ ਤੁਹਾਨੂੰ ਉੱਤਰ ਪ੍ਰਦੇਸ਼ 'ਚ ਵੀ ਵੇਖਣ ਨੂੰ ਮਿਲੂਗਾ। ਉੱਥੇ ਵੀ ਮਾਇਆਵਤੀ ਨੂੰ ਇਸ ਟਾਈਮ ਬਹੁਤ ਜ਼ਿਆਦਾ ਸਟਰਗਲ ਕਰਨੀ ਪੈ ਰਹੀ ਆ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੀ ਦੇ ਦਿੰਦਾ। ਜਿਨ੍ਹਾਂ ਦਿਨਾਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਆਪਣੇ ਆਪ 'ਚ ਰੌਲਾ ਪਾ ਰਹੀ ਸੀ ਕਿ ਸਾਨੂੰ ਫਲਾਣੀਆਂ ਸੀਟਾਂ ਦੇ ਦਿਓ, ਸਾਨੂੰ ਤਾਂ ਹੋਰ ਸੀਟਾਂ ਚਾਹੀਦੀਆਂ, ਸਾਨੂੰ ਬਦਲਵੀਆਂ ਸੀਟਾਂ ਚਾਹੀਦੀਆਂ। ਮਾਇਆਵਤੀ ਨੇ ਆ ਕੇ ਬਿਆਨ ਦਿੱਤਾ ਸੀ ਕਿ ਜੋ ਸੀਟਾਂ ਤੁਹਾਨੂੰ ਮਿਲ ਗਈਆਂ ਤੁਸੀਂ ਉਹਨਾਂ ਤੇ ਲੜੋ ਤੇ ਜਿੱਤਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਨਾ ਜਿੱਤੇ ਤਾਂ ਪਾਰਟੀ ਤੁਹਾਡੇ ਖਿਲਾਫ ਐਕਸ਼ਨ ਤੱਕ ਲੈ ਸਕਦੀ। ਕਹਿਣ ਦਾ ਮਤਲਬ ਉਹਨਾਂ ਨੇ ਇਸ ਵਿਰੋਧ ਨੂੰ ਕੋਸ਼ਿਸ਼ ਕੀਤੀ ਦਬਾਉਣ ਦੀ, ਪਰ ਇਹ ਵਿਰੋਧ ਦਬਣਾ ਨਹੀਂ। ਜਿੱਦਾਂ ਤੁਸੀਂ ਅਵਤਾਰ ਸਿੰਘ ਕਰੀਮਪੁਰੀ ਹੋਣਾ ਦੀ ਗੱਲ ਕੀਤੀ, 2 ਦਹਾਕੇ ਤੋਂ ਉਹ ਬੜੇ ਪਾਰਟੀ ਦੇ ਨਾਲ ਜੁੜੇ ਰਹੇ ਆ। ਔਰ ਅੱਜ ਜੇ ਉਹਨਾਂ ਨੂੰ ਸਾਈਡਲਾਈਨ ਕਰਕੇ ਜਾ ਕੇ ਉੱਥੇ ਹਿਮਾਚਲ ਪ੍ਰਦੇਸ਼ ਭੇਜਤਾ, ਤੇ ਜਿਹੜੇ ਜਸਵੀਰ ਸਿੰਘ ਗੜੀ ਆ ਉਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਰਹਿੰਦੀ ਖੁੰਦੀ ਉਹਨਾਂ ਦੀ ਸਾਖ ਆ ਉਹਨੂੰ ਵੀ ਮੈਂ ਬੁਰੀ ਤਰ੍ਹਾਂ ਨੱਪ ਲਾਂ ਜਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਾਂ। ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਇਹਦੀਆਂ ਮੁਸ਼ਕਲਾਂ ਬਹੁਜਨ ਸਮਾਜ ਪਾਰਟੀ ਨੂੰ ਤਾਂ ਹੈ ਹੀ ਹੈ, ਸ਼੍ਰੋਮਣੀ ਅਕਾਲੀ ਦਲ ਲਈ ਕਿੱਡੀ ਵੱਡੀ ਸਿਰਦਰਦੀ ਪੈਦਾ ਹੋ ਗਈ ਹੈ। ਗੱਲ ਇਹ ਆ ਮਨਪ੍ਰੀਤ ਜੀ, ਇਹ ਵੇਖੋ ਡਰ ਕਿੱਡੇ ਨੇ ਸਿਆਸਤ ਦੇ। ਗੜੀ ਸਾਹਿਬ ਪ੍ਰਧਾਨ ਬਣ ਕੇ ਵੀ, ਸਾਰੀ ਪਾਰਟੀ ਦੇ ਆਲਾ ਬਣ ਕੇ ਵੀ ਪੰਜਾਬ ਦੇ ਵਿੱਚ ਡਰੀ ਜਾਂਦੇ ਕਿ ਪੰਜਾਬ 'ਚ ਇੱਕ ਹੋਰ ਵੱਡਾ ਬੰਦਾ ਬੈਠਾ ਹੈ, ਇਹਨੂੰ ਨੱਪਣਾ ਜ਼ਰੂਰੀ ਆ। ਸੁਖਬੀਰ ਸਿੰਘ ਬਾਦਲ ਨੂੰ ਵੀ ਇਹੀ ਲੱਗਦਾ ਰਿਹਾ ਕਿ ਜਿਹੜੇ ਪੁਰਾਣੇ ਖੁੰਡ ਆ ਇਹ ਨੱਪੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਪਹਿਲਾਂ ਟੌੜਾ ਬਾਦਲ ਸਾਹਿਬ ਦੇ ਹੁੰਦੇ ਆ ਜਾਂ ਬਾਕੀ ਸਾਰੇ ਉਹ ਕਵਾਇਦ। ਤੇ ਜੇਕਰ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਤੇ ਰਹਿੰਦੇ ਖੂੰਦੇ ਜਿਹੜੇ ਕੰਵਰ ਸੰਧੂ ਵਰਗੇ ਨੱਪੇ ਬਿਨਾਂ ਆਪਣੀ ਸਰਦਾਰੀ ਨਹੀਂ ਰਹਿੰਦੀ। ਸਿਆਸਤ ਵੈਸੇ ਐਡਾ ਸਿੱਧਾ ਸਾਦਾ ਜਿਹਾ ਖੇਡ ਨਹੀਂਗਾ ਜਿੰਨਾ ਲੱਗਦਾ ਹੈ। ਹੁਣ ਜੇ ਰਾਜਪੁਰੇ ਦੀ ਗੱਲ ਕਰੀਏ, ਭਾਜਪਾ ਵਰਗੀ ਪਾਰਟੀ ਜਿਹੜੇ ਕਹਿੰਦੇ ਅੱਜ ਕੱਲ ਉਹਦਾ ਸੂਰਜ ਨਹੀਂ ਭਾਰਤ ਵਿੱਚ ਡੁੱਬਦਾ, ਇੱਧਰੋਂ ਉਧਰ ਨੂੰ ਲੈ ਜਾਓ ਤਾਂ ਹਰ ਪਾਸੇ ਉਹਨਾਂ ਦਾ ਹੀ ਬੋਲਬਾਲਾ ਹੈ। ਤੇ ਬੰਗਾਲ ਵਾਲੇ ਪਾਸਿਓਂ ਭਾਵੇਂ ਉਹਨਾਂ ਦੀ ਕਾਰਗੁਜ਼ਾਰੀ ਸੀਟਾਂ ਦੇ ਹਿਸਾਬ ਨਾਲ ਬਿਹਤਰ ਰਹੀ, ਪਰ ਮੂੰਹ ਦੀ ਖਾਣੀ ਪਈ ਕਿਉਂਕਿ ਜਿੱਤ ਨੂੰ ਲੈ ਕੇ ਤੁਰੇ ਸੀ। ਅੱਜ ਹਾਲਾਤ ਟੇਢੇ ਬਣ ਗਏ। ਮੈਨੂੰ ਲੱਗਦਾ ਕੇਂਦਰੀ ਹਾਈ ਕਮਾਂਡ ਭਾਜਪਾ ਦੀ ਪੰਜਾਬ ਨੂੰ ਲੈ ਕੇ ਕੋਈ
ਪਲਾਨ ਨਹੀਂ ਰੱਖਦੀ, ਉਹਨਾਂ ਦਾ ਕੋਈ ਇਹਦੇ ਲਈ ਰਣਨੀਤੀ ਨਹੀਂ ਗੀ। ਲੇਕਿਨ ਜਿਹੜੇ ਲੋਕਲ ਨੇ ਉਹਨਾਂ ਨੂੰ ਬੜੀ ਮੁਸ਼ਕਲ ਹੈ। ਰਾਜਪੁਰੇ 'ਚ ਅਗਲਿਆਂ ਨੇ ਕਿਸਾਨਾਂ ਨਾਲ ਟਕਰਾਅ ਛੇੜ ਕੇ ਨੁਕਸਾਨ ਕਰਾਇਆ, ਇਹ ਸੁਰਖੀ ਬਣ ਗਿਆ। ਮਾਣੂਕੇ, ਸਰਬਜੀਤ ਕੌਰ ਮਾਣੂਕੇ ਵੀ ਜਿਹੜੇ ਜਗਰਾਓਂ ਦੇ ਲਾਗੇ ਇੱਕ ਅਖਾੜਾ ਪਿੰਡ 'ਚ ਫਸ ਗਏ। ਇਸੇ ਤਰ੍ਹਾਂ ਹੋਰ ਵੀ 3-4 ਥਾਵਾਂ ਤੇ ਪੋਲੀਟੀਸ਼ੀਅਨ ਫਸੇ ਨੇ। ਕੀ ਕਹਿੰਦੇ ਹੋ? ਮਾਸਟਰ ਮੋਹਨ ਲਾਲ ਵੀ ਕੁਝ ਕਹਿ ਰਹੇ ਨੇ, ਕੀ ਕਹਿੰਦੇ ਹੋ? ਰੰਧਾਵਾ ਜੀ, ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਸਰਬਜੀਤ ਕੌਰ ਮਾਣੂਕੇ ਜਿਹੜੇ ਜਗਰਾਓਂ ਤੋਂ MLA ਉਹਨਾਂ ਦੀ ਗੱਲ ਕੀਤੀ, ਭੁਪੇਸ਼ ਅਗਰਵਾਲ ਦੀ ਗੱਲ ਕੀਤੀ ਭਾਜਪਾ ਦੇ, ਤੇ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਹੈ ਕਿ ਮਨੀਸ਼ ਤਿਵਾੜੀ ਹੋਏ, ਸਾਧੂ ਸਿੰਘ ਧਰਮਸੋਤ ਹੋਏ। ਯਾਨੀ ਕਿਸਾਨਾਂ ਦਾ ਵਿਰੋਧ ਹਰ ਪਾਰਟੀ, ਹਰ ਲੀਡਰ ਦੇ ਖਿਲਾਫ ਆ। ਉਹਨਾਂ ਨੂੰ ਹਰ ਸਿਆਸੀ ਨੇਤਾ ਇਸ ਤਰ੍ਹਾਂ ਲੱਗਦਾ ਕਿ ਇਹ ਸਿਰਫ ਗੱਲਾਂ ਕਰਨ ਜਾਣਦੇ ਨੇ, ਇੱਕ ਲਿਪ ਸਰਵਿਸ ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ ਉਹ ਕਰਦੇ ਨੇ, ਇਹ ਸਾਡੇ ਹਿਤੈਸ਼ੀ ਜਾਂ ਹਮੈਤੀ ਨਹੀਂ ਆ। ਹੁਣ ਤੁਸੀਂ ਗੱਲ ਕੀਤੀ ਆ ਭੁਪੇਸ਼ ਅਗਰਵਾਲ ਦੀ, ਰਾਜਪੁਰੇ ਜੋ ਇਹ ਘਟਨਾ ਹੋਈ, ਇਹ ਘਟਨਾ ਬਿਲਕੁਲ ਅਵੋਇਡ ਕੀਤੀ ਜਾ ਸਕਦੀ ਸੀ, ਇਹਨੂੰ ਟਾਲਿਆ ਜਾ ਸਕਦਾ ਸੀ। ਪੁਲਿਸ ਦੇ ਉੱਥੋਂ ਦੇ ਇੱਕ DIG ਹੈ, ਜੇ ਮੈਂ ਉਹਨਾਂ ਦਾ ਨਾਂ ਠੀਕ ਤਰ੍ਹਾਂ ਲੈ ਰਿਹਾ, ਵਿਕਰਮਜੀਤ ਸਿੰਘ ਦੁੱਗਲ ਸ਼ਾਇਦ ਉਹਨਾਂ ਦਾ ਇਹ ਨਾਮ ਆ। ਉਹਨਾਂ ਦਾ ਬਿਆਨ ਆਇਆ ਤੇ ਫਿਰ ਉਹਨਾਂ ਦੇ SSP ਦਾ ਬਿਆਨ ਆਇਆ ਕਿ ਦੇਖੋ ਅਸੀਂ ਇਹਨਾਂ ਨੂੰ ਬੜੀਆਂ ਮਿੰਨਤਾਂ ਕੀਤੀਆਂ ਭੁਪੇਸ਼ ਅਗਰਵਾਲ ਨੂੰ ਕਿ ਦੇਖੋ ਸਥਿਤੀ ਹੈ ਜਿਹੜੀ ਨਾਜ਼ੁਕ ਆ, ਸੈਂਸਿਟਿਵ ਆ, ਤੁਸੀਂ ਆਪਣੀ ਇੱਕ ਮੀਟਿੰਗ ਕਰ ਲਈ ਹੈ ਤੇ ਤੁਸੀਂ ਆਪਣੀ ਇੱਕ ਬੈਠਕ ਕਰਕੇ ਇੱਥੋਂ ਚਲੇ ਜਾਓ, ਕਿਉਂਕਿ ਹਾਲਾਤ ਕਿਸੇ ਟਾਈਮ ਵੀ ਖਰਾਬ ਹੋ ਸਕਦੇ ਆ। ਕਿਸਾਨਾਂ ਦਾ ਰੋਹ, ਕਿਸਾਨਾਂ ਦਾ ਗੁੱਸਾ ਸਾਨੂੰ ਪਤਾ। ਮਾੜੇ ਜੇ ਜ਼ਿਆਦਾ ਉਹਨਾਂ ਨੇ ਥੋੜੇ ਜਿਹੇ ਵੱਧ ਅਗਰ ਨਾਅਰੇ ਲਾਤੇ ਤੇ ਕੁਝ ਲੋਕ ਵਿੱਚੋਂ ਭੜਕ ਗਏ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਕੁਝ ਇਸ ਤਰ੍ਹਾਂ ਦੇ ਜਜ਼ਬਾਤੀ ਐਲੀਮੈਂਟਸ ਹੁੰਦੇ ਨੇ, ਲੇਕਿਨ ਉਹਨਾਂ ਨੇ ਸੁਣੀ ਨਹੀਂ। ਇਸ ਤਰ੍ਹਾਂ ਲੱਗਦਾ ਜਿਵੇਂ ਕਿਤੇ ਨਾ ਕਿਤੇ ਭਾਜਪਾ ਦੇ ਲੀਡਰਾਂ ਨੂੰ ਜਾਂ ਇਹਨਾਂ ਦੇ ਆਗੂਆਂ ਨੂੰ ਕੋਈ ਇਨਸਟਰਕਸ਼ਨਸ ਹੋਣ ਕਿ ਤੁਸੀਂ ਜਾਓ ਉੱਥੇ ਕਰੋ, ਇੱਕ ਤਰ੍ਹਾਂ ਦੀ ਕਨਫਰੰਟ੍ਰੇਸ਼ਨ ਕਰੋ, ਇੱਕ ਤਰ੍ਹਾਂ ਦਾ ਉੱਥੇ ਟਕਰਾਅ ਪੈਦਾ ਕਰੋ, ਤਾਂ ਕਿ ਜਿਹੜੇ ਕਿਸਾਨ ਇਹ ਕਹਿੰਦੇ ਨੇ ਜਾਂ ਜਿਹੜਾ ਆਪਣਾ ਉਹ ਖੱਟਦੇ ਨੇ, ਜਿਨ੍ਹਾਂ ਦਾ ਉਹਨਾਂ ਨੂੰ ਮਾਣ ਪ੍ਰਾਪਤ ਆ ਕਿ ਸ਼ਾਂਤਮਈ ਢੰਗ ਨਾਲ ਅੱਜ ਤੱਕ ਅੰਦੋਲਨ ਚਲਾਇਆ, ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਉਂਗਲ ਚੱਕਣ 'ਚ ਸਾਨੂੰ ਮੌਕਾ ਮਿਲੇ, ਇਹ ਕਹਿਣ ਦਾ ਮੌਕਾ ਮਿਲੇ ਕਿ ਨਹੀਂ, ਇਹ ਸ਼ਾਂਤੀ ਪਸੰਦ ਕਿਸਾਨ ਨਹੀਂ ਆ, ਇਹ ਤਾਂ ਹਿੰਸਾ ਤੇ ਉਤਾਰੂ ਹੋ ਜਾਂਦੇ ਨੇ ਛੋਟੀ ਛੋਟੀ ਗੱਲ ਤੇ। ਕਹਿਣ ਦਾ ਮਤਲਬ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਲੜਾਈਆਂ ਲਈਆਂ ਜਾਂਦੀਆਂ ਨੇ, ਜਾਣ ਬੁੱਝ ਕੇ ਇਦਾਂ ਦੇ ਟਕਰਾਅ ਪੈਦਾ ਕੀਤੇ ਜਾਂਦੇ ਨੇ। ਲਾਅ ਐਂਡ ਆਰਡਰ ਪੁਲਿਸ ਨੇ ਬਰਕਰਾਰ ਰੱਖਣਾ। ਹੁਣ ਇਸ ਤੋਂ ਬਾਅਦ ਭਾਜਪਾ ਦੇ ਆਗੂ ਕੀ ਕਹਿੰਦੇ ਆ, ਇਹ ਤਾਂ ਦੇਖੋ ਜੀ ਕਾਂਗਰਸ ਨੇ ਕੀਤਾ ਕਰਾਇਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਾਂਗਰਸ ਦੇ ਲੀਡਰਾਂ ਦਾ ਵੀ ਘਰਾਅ ਹੋ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ, ਰਵਨੀਤ ਸਿੰਘ ਬਿੱਟੂ ਹੁਣਾਂ ਦੀ ਵੀ ਜਦੋਂ ਜਾਂਦੇ ਨੇ ਉਹਨਾਂ ਦੀ ਵੀ ਪੱਗਾਂ ਉੱਥੇ ਲੈ ਜਾਂਦੀਆਂ ਨੇ। ਸੋ ਰੋਹ ਆ, ਉਹਦੇ ਵਿੱਚ ਕਈ ਤਰ੍ਹਾਂ ਦਾ ਐਲੀਮੈਂਟ ਆ। ਹਾਲਾਂਕਿ ਇਸ ਚੀਜ਼ ਨੂੰ ਅਸੀਂ ਜਸਟੀਫਾਈ ਨਹੀਂ ਕਰਦੇ, ਲੇਕਿਨ ਜਦੋਂ ਟਕਰਾਵਾਂ ਦੀਆਂ ਸਥਿਤੀਆਂ ਬਣੀਆਂ ਹੋਣ, ਕਈ ਵਾਰੀ ਜਿਹੜੀ ਪੁਲਿਸ ਆ ਉਹ ਵੀ ਹੈਲਪਲੈਸ ਹੁੰਦੀ ਆ, ਉਹਨਾਂ ਨੂੰ ਵੀ ਪਾਸੇ ਹੋ ਕੇ ਖੜੋ ਕੇ ਦੇਖਣਾ ਪੈਂਦਾ ਤੇ ਜਿਹੜੀ ਸਥਿਤੀ ਆ ਉਹ ਬੇਕਾਬੂ ਹੋ ਜਾਂਦੀ ਹੈ। ਜੀ ਨਹੀਂ ਮਨਪ੍ਰੀਤ ਜੀ, ਦੇਖੋ ਗੱਲ ਏਦਾਂ ਹੈ ਕਿ ਜਿਹੜੇ ਹਾਲਾਤ ਨੇ ਉਹਨਾਂ ਨੂੰ ਵਾਕਿਆ ਹੀ ਅਸੀਂ ਤਰਕ ਸੰਗਤ ਨਹੀਂ ਕਹਿ ਸਕਦੇ। ਸੱਚਮੁੱਚ ਹਰੇਕ ਦਾ ਅਧਿਕਾਰ ਆ, BJP ਦਾ ਵੀ ਅਧਿਕਾਰ ਹੈ, ਕਾਂਗਰਸ ਦਾ ਵੀ ਹੈ, ਅਕਾਲੀਆਂ ਦਾ ਵੀ ਹੈ, ਹਰੇਕ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਵੀ ਹੈ, ਉਹ ਆਪਣੀ ਰਾਜਨੀਤਿਕ ਗੱਲ ਰੱਖ ਸਕਦੇ ਆ। ਲੇਕਿਨ ਜਦੋਂ ਟਕਰਾਅ ਹੋਵੇ, ਤੁਸੀਂ ਵਿਕਰਮਜੀਤ ਦੁੱਗਲ ਦੀ ਗੱਲ ਕੀਤੀ ਹੈ, ਉਹ ਸਾਹਿਤਕ ਮੱਸ ਵਾਲੇ ਅਫਸਰ ਨੇ, ਕੁਝ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਨੇ। ਉਹੋ ਜਿਹੇ ਅਫਸਰਾਂ ਨੂੰ ਲੋਕਾਂ ਦੀ ਮਾਨਸਿਕਤਾ ਪਤਾ ਹੁੰਦੀ ਕਿ ਹਰ ਜਗ੍ਹਾ ਡੰਡਾ ਨਹੀਂ ਵਰਤਿਆ ਜਾ ਸਕਦਾ ਤੇ ਹਰ ਜਗ੍ਹਾ ਪਰਚੇ ਪਾ ਕੇ ਗੱਲ ਨਹੀਂ ਬਣਦੀ। ਗੱਲ ਜਿਹੜੀ ਆ, ਤੁਸੀਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਲੋਕਾਂ ਨੂੰ ਅਧਿਕਾਰ ਦੇ ਕੇ ਹੀ ਤੋਰ ਸਕਦੇ ਹੋ ਅੱਗੇ। ਸੋ ਸਭ ਤੋਂ ਵੱਡਾ ਮਸਲਾ ਹੈ ਕਿ BJP ਨੇ ਬਹਿ ਕੇ ਸੋਚਣਾ ਹੈ ਕਿ ਅਨਲ ਜੋਸ਼ੀ ਚਲੇ ਗਏ, ਉਹਨਾਂ ਦੇ ਹੋਰ ਵੱਡੇ ਲੀਡਰ ਜਾਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਆ ਕਿ ਜੇ ਸੱਚਮੁੱਚ ਹੀ ਇਸ ਪਿੱਚ ਤੇ ਖੇਡਿਆ ਹੀ ਨਹੀਂ ਜਾਣਾ, ਪਹਿਲੀ ਬਾਲ ਤੇ ਹੀ ਆਊਟ ਹੋਣਾ, ਤੇ ਕਾਹਦੇ ਤੋਂ ਆਪਾਂ ਆਪਣਾ ਸਮਾਂ ਜਾਂ ਅਸਫਲ ਹੋਣ ਦਾ ਠੱਪਾ ਲਵਾਉਣਾ ਹੈ। ਸੋ ਜੇ ਇਹ ਤੋਂ ਇੱਕ ਕਦਮ ਮੈਂ ਅੱਗੇ ਤੁਰਾਂ, ਬਸ ਆਖਰੀ ਗੱਲ ਕਰਕੇ ਆਪਾਂ ਗੱਲ ਖਤਮ ਕਰ ਦੇਣੀ ਆ ਕਿ ਕਿਸਾਨਾਂ ਨੇ ਇੱਕ ਹੋਰ ਰੂਪ ਦਿਖਾਉਣਾ ਸ਼ੁਰੂ ਕੀਤਾ। ਗੁਰਨਾਮ ਸਿੰਘ ਚਡੂਣੀ, ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਖਾੜਕੂ ਮੱਸ ਵਾਲਾ ਬੰਦਾ ਹੈ ਔਰ ਖਾੜਕੂ ਸੁਭਾਅ ਦਾ ਲਖਾਇਕ ਹੈ। ਉਹਨੇ ਡੇਰਾ ਬਾਬਾ ਨਾਨਕ ਤੋਂ ਜਥਾ ਤੋਰ ਲਿਆ ਤੇ ਜਥਾ ਤੋਰਨ ਲੱਗਿਆ ਕਿਹਾ ਕਿ ਮੈਂ ਕੋਈ ਇਲੈਕਸ਼ਨ ਪੰਜਾਬ ਚੋਂ ਨਹੀਂ ਲੜਨੀ, ਲੇਕਿਨ ਨਾਲ ਹੀ ਕਿਹਾ ਕਿ ਤੁਸੀਂ ਆਪਣੇ ਬੰਦੇ ਲੱਭੋ, ਇਲੈਕਸ਼ਨ ਲੜਾਓ, ਕੁਝ ਬਦਲੇ, ਕੁਝ ਤੁਸੀਂ ਆਪਣੇ ਢੰਗ ਦੇ ਫੈਸਲੇ ਕਰਨ ਜੋਗੇ ਹੋ ਜਾਓ। ਸੋ ਰਾਜਨੀਤੀ ਤਾਂ ਕਿਸਾਨਾਂ ਦੀ ਚਮਕ ਗਈ। ਹੁਣ ਅੱਗੇ ਲੱਗਣ ਵਾਲਿਆਂ 'ਚ ਚਡੋਣੀ ਆ ਗਏ ਆ ਨਾ ਕਰਦਿਆਂ ਵੀ। ਹੁਣ ਦੂਜੇ ਜਿਹੜੇ ਬਾਅਦ ਵਿੱਚ ਸ਼ੁਰੂ ਕਰਨਗੇ ਉਹ ਕੁਦਰਤੀ ਤੌਰ ਤੇ ਆ, ਜਿਹੜਾ ਮਗਰੋਂ ਤੁਰਦਾ ਉਹਦਾ ਨੁਕਸਾਨ ਤਾਂ ਹੁੰਦਾ, ਲੇਕਿਨ ਰਾਜਨੀਤੀ ਅਗਲੇ ਦਿਨਾਂ 'ਚ ਗਰਮਾਊਗੀ ਜੇਕਰ ਇਹੀ ਤਰੀਕਾ ਫੜਿਆ ਗਿਆ ਕਿ ਰਵਾਇਤੀ ਪੋਲੀਟੀਸ਼ੀਅਨਸ ਦਾ ਤੇ ਪੋਲੀਟਿਕਸ ਦਾ ਤੁਸੀਂ ਵਿਰੋਧ ਕਰਦੇ ਹੋ ਤੇ ਉਹਨਾਂ ਦਾ ਬਾਈਕਾਟ ਕਰਦੇ ਹੋ, ਤਾਂ ਹਾਲਾਤ ਬਹੁਤ ਖਰਾਬ ਹੋ ਸਕਦੇ ਆ। ਚਡੂਣੀ ਸਾਹਿਬ ਕਾਲੀ ਕਰ ਰਹੇ ਆ, ਠੀਕ ਕਰ ਰਹੇ ਆ, ਜਾਂ ਸੱਚਮੁੱਚ ਇੰਜ ਹੋਣਾ ਚਾਹੀਦਾ? ਰੰਧਾਵਾ ਜੀ, ਇੱਕ ਗੱਲ ਮੈਂ ਜੋੜਦਾ ਥੋੜਾ ਜਿਹਾ, ਭਾਜਪਾ ਦੀ ਆਪਾਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ।
ਜੋਸ਼ੀ ਹੁਣੇ ਕਹਿੰਦੇ ਕਿ ਮੈਂ ਤਾਂ ਇੱਕ ਛੋਟੀ ਜੀ ਆਪਣਾ ਬਲੀਦਾਨ ਦਿੱਤਾ ਹੈ, ਇੱਕ ਤਾਂ ਮੇਰਾ ਛੋਟੀ ਜੀ ਸੈਕਰੀਫਾਈਸ ਆ, ਤੇ ਮੈਂ ਹੁਣ ਸਿੰਘੂ ਬਾਰਡਰ ਤੇ ਵੀ ਜਾ ਕੇ ਕਿਸਾਨਾਂ ਦੇ ਨਾਲ ਖੜੂੰਗਾ। ਕਿਸਾਨ ਉਹਨੂੰ ਵੈਲਕਮ ਕਰਦੇ ਨੇ, ਉਹਨਾਂ ਦਾ ਸਵਾਗਤ ਕਰਦੇ ਨੇ, ਵੱਖਰੀ ਗੱਲ ਆ। ਲੇਕਿਨ ਮਾਸਟਰ ਮੋਹਨ ਲਾਲ ਦਾ ਇੱਕ ਦਿਨ ਬਾਅਦ ਹੀ ਬਿਆਨ ਆ ਗਿਆ, ਉਹਨਾਂ ਨੇ ਵੀ ਇਹੀ ਗੱਲ ਕਹਿਤੀ। ਤੁਹਾਨੂੰ ਪਤਾ ਹੀ ਹੈ, ਟਰਾਂਸਪੋਰਟ ਮੰਤਰੀ ਨੇ ਕੈਬਨਿਟ ਦੇ ਮੰਤਰੀ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਆ ਭਾਜਪਾ ਦੀ, ਉਹਨਾਂ ਨੇ ਪੰਜਾਬ ਦੇ ਨਾਲ ਇਨਸਾਫ ਨਹੀਂ ਕੀਤਾ। ਤੇ ਉਹਨਾਂ ਨੇ ਉਦਾਹਰਨ ਦਿੱਤੀ ਕਿ ਦੇਖੋ, ਜੇ ਹਰਦੀਪ ਪੁਰੀ ਹੋਣਾ ਨੂੰ ਕੈਬਨਿਟ ਮੰਤਰੀ ਲਾਇਆ ਜਾ ਸਕਦਾ ਤੇ ਸੋਮ ਪ੍ਰਕਾਸ਼ ਹੋਣਾ ਨੂੰ ਕਿਉਂ ਨਹੀਂ ਲਾਇਆ ਜਾ ਸਕਦਾ। ਸੋ ਸੁਰਾਂ ਜਿਹੜੀ ਬਾਕੀਆਂ ਉੱਭਰ ਰਹੀਆਂ। ਅੱਗੇ ਆ ਗਈ ਗੁਰਨਾਮ ਸਿੰਘ ਚੰਦੂਨੀ ਹੋਣਾ ਦੀ ਗੱਲ, ਦੇਖੋ ਬੜੇ ਹੀ ਜ਼ਰੂਰੀ ਹੈ। ਦੂਸਰੀ ਵਾਰੀ ਬਿਆਨ ਆਉਣਾ ਔਰ ਤੀਸਰੀ ਵਾਰੀ ਯਾਤਰਾ ਸ਼ੁਰੂ ਕਰ ਦੇਣੀ। ਰੰਧਾਵਾ ਜੀ ਯਾਦ ਕਰੋ, ਥੋੜਾ ਸਮਾਂ ਪਹਿਲਾਂ, ਅੱਜ ਤੋਂ 3 ਮਹੀਨੇ ਪਹਿਲਾਂ, ਇਹਨਾਂ ਨੇ ਹਰਿਆਣੇ ਦੇ ਕੁਝ ਕਾਂਗਰਸ ਨੇਤਾਵਾਂ ਨਾਲ, ਸਿਆਸੀ ਨੇਤਾਵਾਂ ਨਾਲ ਗੱਲਬਾਤ ਕੀਤੀ ਸੀ ਅੰਦਰ ਖਾਤੇ, ਤੇ ਰੌਲਾ ਪੈ ਗਿਆ ਸੀ। ਮੁੜ ਕੇ ਇਹਨਾਂ ਨੂੰ ਆ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਤੇ ਫਿਰ ਇਹਨਾਂ ਨੇ ਆ ਕੇ ਆਪਣਾ ਉੱਥੇ ਐਕਸਪਲੇਨ ਕੀਤਾ ਸੀ, ਆਪਣਾ ਸਪਸ਼ਟੀਕਰਨ ਦਿੱਤਾ ਸੀ, ਤੇ ਫਿਰ ਜਿਹੜੇ ਹਾਲਾਤ ਸੀ ਸੁਖਾਵੇਂ ਬਣੇ। ਹੁਣ ਫਿਰ ਠੀਕ ਆ, ਜਿਹੜੇ ਗੁਰਨਾਮ ਸਿੰਘ ਚੰਦੂਨੀ ਚਾਹੁੰਦੇ ਹੋਣੇ ਕਿ ਇੱਕ ਸਿਆਸੀ ਪਾਰਟੀ ਬਣੇ, ਇੱਕ ਸਿਆਸੀ ਬਦਲ ਬਣੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹ ਕਹਿੰਦੇ ਤੁਸੀਂ ਪੰਜਾਬ 'ਚ ਮਿਸ਼ਨ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਦੇ ਜਿਹੜੀਆਂ ਜਥੇਬੰਦੀਆਂ, ਉਹਨਾਂ ਦੇ ਆਗੂ, ਉਹਨਾਂ ਨੂੰ ਤਾਂ ਨਾਲ ਲੈ ਲਓ, ਉਹਨਾਂ ਦੀ ਤਾਂ ਰਾਏ ਮੰਨ ਲਓ। ਇੱਕ ਵਾਰੀ ਪਾਰਟੀ ਪਲੇਟਫਾਰਮ ਤੇ ਜਾਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਪਲੇਟਫਾਰਮ ਤੇ ਡਿਸਕਸ ਕਰ ਲਓ। ਉਸ ਤੋਂ ਬਾਅਦ ਤੁਸੀਂ ਕੋਈ ਚੀਜ਼ ਜਨਤਕ ਕਰਨੀ ਹੈ, ਕੁਝ ਪਬਲਿਕ ਕਰਨੀ ਹੈ, ਤੇ ਕਰ ਲਓ। ਇਸ ਗੱਲ ਦੀ ਹੈ ਵੀ ਤੁਸੀਂ ਹਰਿਆਣੇ ਤੋਂ ਨੇ, ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜਿਹੜੇ ਤੁਹਾਡੇ ਬਿਆਨ ਆ, ਉਹਨਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਦਾਗੋ, ਸਾਨੂੰ ਵੀ ਨਾਲ ਲਓ, ਤਾਂ ਕਿ ਆਪਣੇ ਅੰਦਰ ਕਿਸੇ ਤਰ੍ਹਾਂ ਦੇ ਕੋਈ ਡਿਫਰੈਂਸਿਸ ਨਾ ਲੱਗਣ, ਜਾਂ ਸਾਡੇ ਅੰਦਰ ਇਹ ਨਾ ਲੱਗਣ ਕਿ ਅਸੀਂ ਆਪਸ ਵਿੱਚ ਟਕਰਾ ਰਹੇ ਹਾਂ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਜਾਂਦੇ ਜਾਂਦੇ ਨਾ ਮਨ ਦੇ ਵਿੱਚ ਇੱਕ ਵਲਵਲਾ ਜਿਹਾ ਉੱਠਿਆ, ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ। ਜਿਹੜੇ IG ਨੇ ਪੰਜਾਬ ਪੁਲਿਸ ਦੇ ਪਰਮਰਾਜ ਸਿੰਘ ਉਮਰਾ ਨੰਗਲ, ਜਿਹੜੇ ਬੇਅਦਬੀ ਮਾਮਲਿਆਂ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ 'ਚ ਵਾਪਰੀਆਂ ਘਟਨਾਵਾਂ ਦੇ ਵਿਵਾਦਤ ਪੁਲਿਸ ਅਫਸਰ ਨੇ, ਮੈਨੂੰ ਲੱਗਿਆ ਉਹਨਾਂ ਦਾ ਦਿਲ ਪਿਘਲਿਆ ਤੇ ਮਨ ਪਸੀਜ ਗਿਆ। ਅਕਸਰ ਇਹ ਸਾਰੇ ਮਾਮਲਿਆਂ 'ਚ ਪੁਲਿਸ ਅਫਸਰ ਨਾ ਕਰਦੇ ਨਜ਼ਰ ਆਏ ਆ ਹਰ ਮਾਮਲੇ 'ਚ, ਲੇਕਿਨ ਪਹਿਲੀ ਵਾਰੀ ਕਿਸੇ ਨੇ ਨਾਰਕੋ ਟੈਸਟ ਕਰਾਉਣ ਲਈ ਹਾਮੀ ਭਰੀ। ਉਹ ਚਾਹੁੰਦੇ ਤੇ ਨਾ ਕਰ ਦਿੰਦੇ। ਪਰਮਰਾਜ ਸਿੰਘ ਉਮਰਾ ਨੰਗਲ ਨੂੰ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ, ਲੇਕਿਨ ਇਸ ਸਾਰੇ ਘਟਨਾਕ੍ਰਮ 'ਚ ਜਿਹੜੀ ਕੱਲ ਦੀ ਅਦਾਲਤੀ ਪ੍ਰਕਿਰਿਆ ਸੀ, ਉਹਦੇ ਵਿੱਚ ਉਹਨਾਂ ਦਾ ਟੈਸਟ ਹੋਣ ਦੀ ਗੱਲ ਸਹਿਮਤੀ ਬਣ ਗਈ ਤੇ ਪੰਜਾਬ ਤੋਂ ਬਾਹਰ ਹੋਊਗਾ, ਤੇ ਉਹਦੇ 'ਚ ਸਾਰੇ SIT ਦੇ ਮੈਂਬਰ ਹੋਣਗੇ, ਇਹਨਾਂ ਦਾ ਵਕੀਲ ਵੀ ਹੋਊਗਾ, ਤੇ ਉਹ ਪੂਰਾ ਸਰਕਾਰੀ ਤੌਰ ਤੇ ਜਿਵੇਂ ਹੁੰਦਾ ਹੋਊਗਾ। ਦੂਜੇ ਦੋ ਜਿਹੜੇ ਜਿਨ੍ਹਾਂ ਨੇ ਨਾ ਕੀਤੀ ਸੀ, ਸੁਮੇਧ ਸੈਣੀ ਔਰ ਚਰਨਜੀਤ ਸ਼ਰਮਾ, ਉਹਨਾਂ ਦੀਆਂ ਪਟੀਸ਼ਨ, ਉਹਨਾਂ ਦੇ ਖਿਲਾਫ ਜਿਹੜੀ SIT ਦੀ ਪਟੀਸ਼ਨ ਸੀ, ਖਾਰਜ ਹੋ ਗਈ, ਕਿਉਂਕਿ ਇਹ ਇਹਨਾਂ ਦਾ ਆਪਣਾ ਹੱਕ ਹਕੂਕ ਸੀ, ਇਹਨਾਂ ਕਰਾਉਣਾ ਕਿ ਨਹੀਂ ਕਰਾਉਣਾ। ਸੋ ਮੈਨੂੰ ਲੱਗਿਆ ਕਿ ਜਿਹੜਾ ਪਰਮਰਾਜ ਨੇ ਚਿਹਰਾ ਦਿਖਾਇਆ, ਹੁਣ ਅੱਗੇ ਕੀ ਹੁੰਦਾ ਨਹੀਂ ਪਤਾ, ਪਰਮਰਾਜ ਨੇ ਉਹ ਇੱਕ ਹਿੰਮਤ ਦਿਖਾਈ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਜੁੜੇ ਮਾਮਲਿਆਂ 'ਚ ਆਪਣੇ ਆਪ ਨੂੰ ਪੇਸ਼ ਕਰਦਾ। ਇਹ ਉਦਾਹਰਨ ਚੰਗੀ ਹੈ। ਇਹ ਚੰਗਾ ਹੋਵੇ ਕਿ ਜੇ ਸਾਰੇ ਤੇ ਸਾਰੇ ਹੀ ਆਪਣੇ ਆਪ ਨੂੰ, ਜਿਹੜੇ ਉਦੋਂ ਦੇ ਮੁੱਖ ਮੰਤਰੀ ਆ, DG, ਸਾਰੇ ਹੀ ਪੇਸ਼ ਕਰਦੇ ਕਿ ਅਸੀਂ ਗੁਰੂ ਮਹਾਰਾਜ ਦੇ ਨਾਲ ਸੰਬੰਧਿਤ ਮਾਮਲਿਆਂ 'ਚ ਆਪਣੇ ਆਪ ਨੂੰ ਪੇਸ਼ ਕਰਨੇ ਆ, ਕਿ ਇਨਸਾਫ ਹੋਣਾ ਚਾਹੀਦਾ, ਦੋਸ਼ੀ ਜ਼ਿੰਮੇਵਾਰ ਨੰਗੇ ਹੋਣੇ ਚਾਹੀਦੇ। ਸੋ ਮੈਨੂੰ ਲੱਗਦਾ ਕਿ ਪਰਮਰਾਜ ਸਿੰਘ ਉਮਰਾ ਨੰਗਲ ਦੇ ਮਨ 'ਚ ਸ਼ਾਇਦ ਉਹ ਭੈ ਜਾਂ ਉਹ ਜਜ਼ਬਾ ਜਿਹੜਾ ਬੰਦਾ ਮੱਥਾ ਟੇਕਦਿਆਂ ਕਰਦਾ, ਜਾਂ ਜਿਹੜਾ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਬੇਚੈਨੀ ਹੰਡਾਉਣੀ ਪੈਂਦੀ ਆ, ਉਹਦਾ ਸੂਚਕ ਹੈ, ਉਹਦਾ ਲਿਖਾਇਕ ਹੈ। ਸੋ ਇਹਨੂੰ ਵੈਲਕਮ ਕਰਨਾ ਬਣਦਾ ਹੈ। ਰਿਜ਼ਲਟ ਕੀ ਆਉਂਦੇ ਆ, ਪਰ ਇਸ ਵਾਰੀ ਪਹਿਲੀ ਵਾਰੀ SIT ਦੀ ਕੋਈ ਡਿਮਾਂਡ, ਜਾਂਚ ਦੀ ਕੋਈ ਜਿਹੜੀ ਲੋੜ ਸੀ, ਉਹਦੇ ਸਾਹਮਣੇ ਪਰਮਰਾਜ ਸਿੰਘ ਉਮਰਾ ਨੰਗਲ ਨੇ ਸ਼ਾਇਦ ਬਤੌਰ ਸਿੱਖ ਆਪਣੇ ਆਪ ਨੂੰ ਪੇਸ਼ ਕੀਤਾ। ਅਸੀਂ ਇਹ ਸਮਝਦੇ ਹਾਂ ਕਿ ਜੇ ਹੋਰ 2 ਕਦਮ ਅੱਗੇ ਵਧਣ ਤੇ ਇਸ ਮਾਮਲੇ 'ਚ ਹੋਰ ਚੀਜ਼ਾਂ ਸਾਫ਼ ਹੋ ਸਕਣ। ਜਾਂਦੇ ਜਾਂਦੇ ਕੋਈ ਇੱਕ ਅੱਧ ਲਾਈਨ ਦੀ ਇੱਥੇ ਟਿੱਪਣੀ ਦੇ ਜੋ, ਫਿਰ ਖਤਮ ਕਰੀਏ ਜੀ। ਰੰਧਾਵਾ ਜੀ, ਜਿੰਨੀਆਂ ਤੁਸੀਂ ਗੱਲਾਂ ਕੀਆਂ, ਹੋ ਸਕਦਾ ਪਰਮਰਾਜ ਸਿੰਘ ਉਮਰਾ ਨੰਗਲ ਦੇ ਮਨ 'ਚ ਸਾਰੀਆਂ ਗੱਲਾਂ ਹੋਣ, ਲੇਕਿਨ ਮੇਰੇ ਮਨ 'ਚ ਇੱਕ ਗੱਲ ਹੋਰ ਆਉਂਦੀ ਆ। ਪਰਮਰਾਜ ਸਿੰਘ ਉਮਰਾ ਨੰਗਲ ਇਸ ਟਾਈਮ ਸਸਪੈਂਡਡ ਨੇ, ਉਹਨਾਂ ਦਾ ਹਜੇ ਕੈਰੀਅਰ ਪਤਾ ਪਿਆ, ਕਾਫੀ ਲੰਬਾ ਕੈਰੀਅਰ ਪਿਆ। ਉਧਰੋਂ ਸੁਮੇਧ ਸਿੰਘ ਸੈਣੀ ਆ, ਉਹ ਰਿਟਾਇਰ ਹੋ ਗਏ ਨੇ। ਦੂਸਰੇ ਪਾਸੇ ਚਰਨਜੀਤ ਸਿੰਘ ਸ਼ਰਮਾ ਨੇ ਜਿਹੜੇ, ਉਹਨਾਂ ਤੇ ਵੀ ਇਲਜ਼ਾਮ ਬੜੇ ਸਖਤ ਨੇ। ਪਰਮਰਾਜ ਸਿੰਘ ਉਮਰਾ ਨੰਗਲ ਨੂੰ ਪਤਾ ਕਿ ਕਿਤੇ ਨਾ ਕਿਤੇ ਮੈਨੂੰ ਜਾ ਕੇ ਜਿਵੇਂ ਸਾਰੀਆਂ ਗੱਲਾਂ ਮੰਨ ਲਾਂਗਾ, ਤੇ ਮੈਨੂੰ ਜਿਹੜਾ ਆਪਣੇ ਬਹਾਲ ਕਰਨ 'ਚ, ਆਪਣੀ ਬਹਾਲੀ ਦੇ ਵਿੱਚ, ਮੈਨੂੰ ਦੁਬਾਰਾ ਜਿਹੜੀ ਰੀਇਨਸਟੇਟਮੈਂਟ ਦੇ ਵਿੱਚ ਕਿਤੇ ਨਾ ਕਿਤੇ ਮਦਦ ਮਿਲੇਗੀ।
ਮੈਂ ਇੱਕ ਚੀਜ਼ ਅੱਜ ਫੇਰ ਸਪਸ਼ਟ ਕਰਦਾ, ਉਹਨਾਂ ਨੂੰ ਇਹ ਵੀ ਪਤਾ ਕਿ ਇਹ ਜਿਹੜੇ ਨਾਰਕੋ ਟੈਸਟ ਹੁੰਦੇ ਨੇ, ਸਾਈਕੋ ਐਨਾਲਿਸਿਸ ਟੈਸਟ ਹੁੰਦੇ ਨੇ, ਜਾਂ ਜਿਹਨੂੰ ਹੂੰ ਪੋਲੀਗ੍ਰਾਫ ਟੈਸਟ ਹੁੰਦੇ ਨੇ, ਇਹਨਾਂ ਦਾ ਅਦਾਲਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹ ਸਬੂਤ ਬਣ ਕੇ ਪੇਸ਼ ਨਹੀਂ ਹੁੰਦੇ। ਅਕਸਰ ਜਿਹੜੀਆਂ ਜਾਂਚ ਏਜੰਸੀਆਂ ਹੁੰਦੀਆਂ ਨੇ, ਉਹ ਇੱਕ ਤਰ੍ਹਾਂ ਦਾ ਲੀਡਸ ਇਸਤੇਮਾਲ ਕਰਦੀਆਂ, ਇਹਨਾਂ ਤੋਂ ਕੋਈ ਸੂਹ ਲੈਂਦੀਆਂ, ਇਹਨਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਦੀਆਂ। ਸੋ ਇਹ ਵੀ ਮਨਸ਼ਾ ਹੋ ਸਕਦੀ ਹੈ, ਤੁਹਾਡੀਆਂ ਗੱਲਾਂ ਤਾਂ ਨਾਲ ਹੈ ਹੀ ਆ ਕਿ ਉਹਨਾਂ ਦਾ ਇੱਕ ਤਰ੍ਹਾਂ ਦਾ ਕੋਈ ਦਿਲ ਪਰਿਵਰਤਨ ਹੋ ਸਕਦਾ, ਜਾਂ ਉਹਨਾਂ ਦੇ ਮਨ 'ਚ ਇਹ ਵੀ ਹੋ ਸਕਦਾ ਕਿ ਬੇਅਦਬੀ ਦੇ ਕੇਸ ਆ, ਸੁੱਚੇ ਸਾਬਤ ਸੱਚੇ ਸਿੱਖ ਹੋਣ ਦਾ ਵੀ ਉਹ ਇੱਕ ਤਰ੍ਹਾਂ ਦਾ ਫਰਜ਼ ਨਿਭਾ ਰਹੇ ਹੋਣ। ਲੇਕਿਨ ਹੂੰ ਨਾਲ ਦੀ ਨਾਲ ਉਹ ਇੱਕ ਪ੍ਰੋਫੈਸ਼ਨਲ IPS ਆਫੀਸਰ ਨੇ, ਇੱਕ ਪੁਲਿਸ ਆਫੀਸਰ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਇਹ ਗੱਲਾਂ ਮੰਨਾਂਗਾ ਤੇ ਮੈਨੂੰ ਇਹਦਾ ਆਪਣੇ ਕੈਰੀਅਰ ਦੇ ਵਿੱਚ, ਪੁਲਿਸ ਕੈਰੀਅਰ ਦੇ ਵਿੱਚ ਫਾਇਦਾ ਹੋਊਗਾ। ਜੀ ਇੱਕ ਲਾਸਟ ਗੱਲ ਇਹਦੇ ਵਿੱਚ ਕਿ ਜੇਕਰ ਕੱਲ ਨੂੰ ਇਸੇ ਹੀ ਸਬੰਧ ਦੇ ਵਿੱਚ ਜਿਵੇਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ, ਪ੍ਰਕਾਸ਼ ਸਿੰਘ ਬਾਦਲ ਤੋਂ ਹੋਈ ਆ, ਜਾਂ ਉਥੋਂ ਦੇ MLA ਤੋਂ ਹੋਈ ਸੀਗੀ, ਜੇ ਉਹਨਾਂ ਦੇ ਖਿਲਾਫ ਵੀ ਪਟੀਸ਼ਨ ਜਾਂਦੀ SIT ਵੱਲੋਂ ਕਿ ਇਹਨਾਂ ਦਾ ਵੀ ਨਾਰਕੋ ਕਰਾਓ, ਜੇ ਉਹ ਨਾ ਕਰਨਗੇ ਉਹਨਾਂ ਲਈ ਵੀ ਟਫ ਹੋ ਜਾਊਗਾ। ਉਮਰਾ ਨੰਗਲ ਨੇ ਇੱਕ ਮਾਈਲਸਟੋਨ ਸੈੱਟ ਕਰਤਾ। ਦੇਖੋ, ਮੈਂ ਨਿੱਜੀ ਤੌਰ ਤੇ ਉਮਰਾ ਨੰਗਲ ਨਾਲ ਜੁੜੇ ਵਿਵਾਦਾਂ ਨੂੰ ਮੈਂ ਨੈਗੇਟਿਵਿਟੀ ਨਾਲ ਹੀ ਲੈਂਦਾ ਰਿਹਾ ਸਦਾ, ਅਸੀਂ ਉਸੇ ਤਰ੍ਹਾਂ ਦੀ ਗੱਲ ਕਰਦੇ ਰਹੇ, ਲੇਕਿਨ ਮੈਨੂੰ ਪਹਿਲੀ ਵਾਰੀ ਲੱਗਿਆ ਕਿ ਪਬਲਿਕ ਜੀਵਨ ਦੇ ਵਿੱਚ ਲੋਕਾਂ ਕੋਲ ਇੱਕ ਉਦਾਹਰਨ ਆ ਜਾਊਗੀ ਕਿ ਫਲਾਂ ਬੰਦੇ ਨੇ ਜਸ ਕਰ ਸੀ, ਤੁਹਾਨੂੰ ਕੀ ਪਰੇਸ਼ਾਨੀ ਹੋਈ, ਤੁਸੀਂ ਨਹੀਂ ਸੀ ਉਸ ਲਈ ਤੇ ਚੱਲ ਸਕਦੇ। ਸੋ ਉਮਰਾ ਨੰਗਲ ਨੇ ਸਾਰਿਆਂ ਨੂੰ ਇੱਕ ਵਾਰੀ ਮੁੜ ਕਟਹਿਰੇ 'ਚ ਖੜਾ ਕਰਤਾ ਕਿ ਜੇ ਸਾਰੀਆਂ ਧਿਰਾਂ ਜਿਹੜੀਆਂ ਜਾਂਚ ਦੇ ਵਿੱਚ ਆਉਣੀਆਂ ਚਾਹੀਦੀਆਂ, ਜੇ ਉਹਨਾਂ ਸਾਰਿਆਂ ਨੂੰ ਇਸੇ ਲਈ ਤੇ ਤੋਰਿਆ ਜਾਵੇ, ਪਤਾ ਨਹੀਂ ਇਹਦਾ ਕਿੰਨੇ ਰਿਜ਼ਲਟ ਚੰਗੇ ਹੁੰਦੇ ਕਿ ਮਾੜੇ ਹੁੰਦੇ। ਜੇਕਰ ਮਨੋਵਿਗਿਆਨਕ ਤੌਰ ਤੇ ਜਾਂ ਤੌਰ ਤਰੀਕਿਆਂ ਦੇ ਤੌਰ ਤੇ ਇਹਦੇ 'ਚ ਸੱਚ 50% ਵੀ ਹੋਵੇ ਤਾਂ ਸੱਚ ਹੀ ਹੁੰਦਾ। ਘੱਟੋ ਘੱਟ ਲੋਕਾਂ ਨੂੰ ਇਹ ਜਿਹੜੇ ਸਾਡੇ ਇਸ਼ਟ ਨੇ, ਸਾਡੀ ਆਸਥਾ ਹੈ, ਉਹਨਾਂ ਮਾਮਲਿਆਂ 'ਚ ਕੁਝ ਸਾਫ਼ ਦੇਖਣ ਦਾ ਮੌਕਾ ਮਿਲ ਜਾਊਗਾ ਕਿ ਆਖਿਰ ਹੋਇਆ ਕੀ, ਵਾਪਰਿਆ ਕੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।